ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਪੰਜਾਬ ਦੇ ਕੋਲ ਆਜ਼ਾਦੀ ਤੋਂ ਬਾਅਦ ਜਿਹੜੇ ਅਦਾਰੇ ਬਣੇ, ਜਿਹੜੇ ਇੰਸਟੀਟਿਊਸ਼ਨਸ ਬਣੇ, ਉਹ ਬਹੁਤ ਕੀਮਤੀ ਸੀ। ਪੰਜਾਬ ਦੀ ਤਰਾਸਦੀ ਰਹੀ ਹੈ ਕਿ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆਪਾਂ ਡੁੱਬੇ ਰਹੇ ਹਾਂ, ਕਾਫੀ ਸਮੇਂ ਤੋਂ, ਕਾਫੀ ਦਹਾਕਿਆਂ ਤੋਂ, ਮਿਲੀਟੈਂਸੀ ਤੋਂ ਬਾਅਦ ਵੀ ਆਪਾਂ ਕੋਈ ਨਵੇਂ ਇੰਸਟੀਟਿਊਸ਼ਨਸ ਜਿਹੜੇ ਉਹ ਪੈਦਾ ਨਹੀਂ ਕਰ ਪਾਏ। ਇੰਸਟੀਟਿਊਸ਼ਨਸ ਤੇ ਆਰਗੇਨਾਈਜੇਸ਼ਨਸ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ। ਅੱਜ ਦੇ ਇਸ ਪ੍ਰੋਗਰਾਮ ਜਿਹੜਾ ਮੈਂ ਖਾਸ ਤੌਰ ਤੇ ਅਸੀਂ ਡਿਜ਼ਾਈਨ ਕੀਤਾ ਹੈ ਕਿਉਂਕਿ ਪੰਜਾਬ ਦੇ ਇੰਸਟੀਟਿਊਸ਼ਨ ਜਿਵੇਂ ਕਿ ਯੂਨੀਵਰਸਿਟੀਆਂ, ਵਿਦਿਅਕ ਅਦਾਰੇ ਸਾਡੇ ਜਿਨ੍ਹਾਂ ਚੋਂ ਯੂਨੀਵਰਸਿਟੀਆਂ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਨੇ, ਬਹੁਤ ਵੱਡੇ ਕ੍ਰਾਈਸਿਸ ਚੋਂ ਗੁਜ਼ਰ ਰਹੀਆਂ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਬਹੁਤ ਹੀ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਇੱਕ ਬਹੁਤ ਵੱਡਾ ਕੋਲ ਫੰਡ ਕਰੰਚ ਕਰਕੇ ਕਰਦੀ ਪਈ ਹੈ। ਪੰਜਾਬ ਦੇ ਵਿੱਚ ਯੂਥ ਦੀ ਬੇਚੈਨੀ ਦੀ ਜਦੋਂ ਗੱਲ ਕਰਦੇ ਹਾਂ ਉਦੋਂ ਵੀ ਵਿਦਿਅਕ ਅਦਾਰਿਆਂ ਦੀ ਭੂਮਿਕਾ ਔਰ ਵਿਦਿਆ ਦੇ ਉੱਤੇ ਬਹੁਤ ਵੱਡਾ ਇੱਕ ਆਪਾਂ ਕੁਐਸਚਨ ਕਰਦੇ ਹਾਂ ਕਿ ਉਹ ਵਿਦਿਆ ਉਸ ਤਰ੍ਹਾਂ ਦਾ ਪ੍ਰਸਾਰ ਜਿਹੜਾ ਆ ਪੰਜਾਬ ਦੇ ਵਿੱਚ ਨਹੀਂ ਹੋ ਪਾ ਰਿਹਾ। ਔਰ ਉਹ ਲੀਡਰ ਜਿਹੜੇ ਕਹਿੰਦੇ ਸੀ ਕਿ ਦੁਨਿਆਵੀ ਵਿਦਿਆ ਕਿਸੇ ਵੀ ਕੰਮ ਦੀ ਨਹੀਂ ਹੈ ਔਰ ਸਿਰਫ ਸ਼ਸਤਰ ਚੱਕ ਕੇ ਹੀ ਕੰਮ ਸਰ ਜਾਏਗਾ, ਉਹ ਅੱਜ ਗਾਇਬ ਨੇ। ਪਰ ਜਿਹੜੇ ਪੰਜਾਬ ਦੇ ਇੰਸਟੀਟਿਊਸ਼ਨਸ ਆ, ਇਹਨਾਂ ਤੇ ਗਹਿਰੀ ਚਰਚਾ ਹੋਣੀ ਬਣਦੀ ਆ ਔਰ ਉਸੇ ਚਰਚਾ ਦੇ ਲਈ, ਉਹੀ ਇੰਸਟੀਟਿਊਸ਼ਨਸ ਦੇ ਕ੍ਰਾਈਸਿਸ ਨੂੰ ਹੱਲ ਕਰਨ ਦੇ ਲਈ, ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਕ੍ਰਾਈਸਿਸ ਨੂੰ ਹੱਲ ਕਰਨ ਦੇ ਲਈ, ਔਰ ਪੰਜਾਬੀ ਯੂਨੀਵਰਸਿਟੀਆਂ ਜਿਹੜੇ ਸਾਡੇ ਅਦਾਰੇ ਨੇ, ਚਾਹੇ ਆਪਾਂ ਉਹਨਾਂ ਨੂੰ ਪਰਫੈਕਟ ਨਾ ਬਣਾ ਪਾਈਏ ਪਰ ਉਹਨਾਂ ਨੂੰ ਪਰਫੈਕਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਅੱਜ ਦੀ ਇਹ ਵਾਰਤਾਲਾਪ ਮੈਂ ਸ਼ੁਰੂ ਕਰ ਰਹੀ ਹਾਂ। ਔਰ ਮੇਰੇ ਨਾਲ ਡਾਕਟਰ ਸੁੱਚਾ ਸਿੰਘ ਗਿੱਲ ਮੌਜੂਦ ਨੇ। ਸਰ, ਮੈਂ ਤੁਹਾਡਾ ਸਵਾਗਤ ਕਰਦੀ ਹਾਂ ਜੀ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਮਨਵੀਰ, ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ, ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ, ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਕੋਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਹੀ ਥੋੜਾ ਇਹ ਮੇਰਾ ਸਵਾਲ ਇਹਦੇ ਵਿੱਚੋਂ ਨਿਕਲਿਆ ਕਿ ਇੱਕ ਵਾਰੀ ਪੰਜਾਬੀਆਂ ਲਈ ਬੇਸਿਕ ਸਵਾਲ ਜਿਹੜਾ ਉਹਦਾ ਜਵਾਬ ਤੁਹਾਡੇ ਵੱਲੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਮਝਾਓ ਕਿ ਯੂਨੀਵਰਸਿਟੀ ਹੁੰਦੀ ਕੀ ਹੈ, ਯੂਨੀਵਰਸਿਟੀ ਦਾ ਸੰਕਲਪ ਕੀ ਹੈਗਾ, ਇਹਦੀ ਜ਼ਰੂਰਤ ਕਿਉਂ ਹੈਗੀ ਹੈ, ਆਈਡੀਆ ਕਿੱਥੋਂ ਆਇਆ, ਇਹਦੀ ਜ਼ਰੂਰਤ ਕਿਉਂ ਹੈ? ਮਨਵੀਰ, ਮੈਂ ਲਗਭਗ ਆਪਣੀ ਜ਼ਿੰਦਗੀ ਦੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਬਹੁਤ ਲੰਮਾ ਸਮਾਂ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 38 ਸਾਲ 1972 ਤੋਂ ਲੈ ਕੇ 2010 ਤੱਕ ਮੈਂ ਇਸ ਯੂਨੀਵਰਸਿਟੀ 'ਚ ਕੰਮ ਕੀਤਾ, ਔਰ ਇੱਕ ਜੂਨੀਅਰ ਲੈਕਚਰਰ ਤੋਂ ਸ਼ੁਰੂ ਹੋ ਕੇ ਡੀਨ ਐਕਡੈਮਿਕ ਅਫੇਅਰ ਔਰ ਐਕਟਿੰਗ ਵਾਈਸ ਚਾਂਸਲਰ ਦੇ ਤੌਰ ਤੇ 3 ਮਹੀਨੇ ਮੈਂ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਤੋ ਇਹ ਲੰਬੇ ਤਜਰਬੇ ਦੇ ਵਿੱਚ ਮੈਂ ਕੁਝ ਗੱਲਾਂ ਲਰਨ ਕੀਤੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹਾਂਗਾ। ਪਹਿਲੀ ਗੱਲ ਹੈ ਕਿ ਯੂਨੀਵਰਸਿਟੀ ਦਾ ਸੰਕਲਪ ਜਿਹੜਾ ਹੈ ਉਹ ਹੈ ਕਿ ਯੂਨੀਵਰਸਲ ਐਜੂਕੇਸ਼ਨ, ਜਿਹਦਾ ਮਤਲਬ ਹੈ ਕਿ ਜਿਹੜੀ ਅਸੀਂ ਵਿੱਦਿਆ ਪ੍ਰਾਪਤ ਕਰਨੀ ਆ ਉਹ ਇੱਕ ਸਬਜੈਕਟ ਬਾਰੇ ਨਹੀਂ, ਸਾਡਾ ਜਿਹੜਾ ਗਿਆਨ ਹੈ ਉਹ ਕਈ ਸਬਜੈਕਟ ਬਾਰੇ ਹੋਵੇਗਾ। ਭਾਵੇਂ ਅਸੀਂ ਇੱਕ ਚੋਣਵਾਂ ਵਿਸ਼ਾ ਲੈ ਕੇ ਪੜ੍ਹਾਈ ਕਰਦੇ ਹੋਈਏ, ਪਰ ਯੂਨੀਵਰਸਿਟੀ ਦੇ ਮਾਹੌਲ ਦੇ ਵਿੱਚ ਅਸੀਂ ਬਹੁਤ ਕੁਝ ਐਸਾ ਲਰਨ ਕਰਦੇ ਹਾਂ ਜਿਹੜਾ ਦੂਜੇ ਵਿਸ਼ਿਆਂ ਨਾਲ ਸੰਬੰਧਿਤ ਹੈ। ਮਸਲਨ ਫਿਲਾਸਫੀ ਹੈ, ਇਕਨੋਮਿਕਸ ਹੈ, ਸਾਇੰਸਿਸ ਹੈ, ਕਿਉਂਕਿ ਅਸੀਂ ਸਿਰਫ ਆਪਣੇ ਅਧਿਆਪਕਾਂ ਕੋ ਕਲਾਸਰੂਮ ਵਿੱਚ ਹੀ ਨਹੀਂ ਪੜ੍ਹਦੇ, ਆਪਣੇ ਪੀਅਰ ਗਰੁੱਪ ਨਾਲ ਇੰਟਰੈਕਟ ਕਰਦੇ ਹਾਂ। ਤੇ ਯੂਨੀਵਰਸਿਟੀਆਂ ਦੇ ਵਿੱਚ ਲਗਾਤਾਰ ਸੈਮੀਨਾਰ ਵਗੈਰਾ ਹੁੰਦੇ ਰਹਿੰਦੇ ਨੇ, ਤੇ ਦੂਜੀ ਫੈਕਲਟੀਆਂ ਦੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਅਸੀਂ ਬਹੁਤ ਕੁਝ ਲਰਨ ਕਰਦੇ ਹਾਂ। ਤੋ ਇਸ ਕਰਕੇ ਜਾਣਨਾ ਜ਼ਰੂਰੀ ਹੈ ਕਿ ਯੂਨੀਵਰਸਿਟੀ ਦਾ ਸੰਕਲਪ ਕੀ ਹੈ। ਯੂਨੀਵਰਸਿਟੀ ਦੇ ਸੰਕਲਪ ਨੂੰ ਜਾਣਨ ਵਾਸਤੇ ਇੱਕ ਬਹੁਤ ਹੀ ਪੁਰਾਣੀ ਤੇ ਪ੍ਰਸਿੱਧ ਕਿਤਾਬ ਹੈ ਜਿਹਦਾ ਨਾਮ ਹੈ ਆਈਡੀਆ ਆਫ ਯੂਨੀਵਰਸਿਟੀ। ਇਹ 1852 ਦੇ ਵਿੱਚ ਇੱਕ ਪ੍ਰਸਿੱਧ ਵਿਦਵਾਨ ਨੇ ਜਿਨ੍ਹਾਂ ਦਾ ਨਾਮ ਹੈ ਜੌਨ ਹੈਨਰੀ ਨਿਊਮੈਨ। ਇਹਨਾਂ ਨੇ ਕੋਈ ਲੈਕਚਰ ਦਿੱਤੇ ਸੀਗੇ, ਕੈਥੋਲਿਕ ਯੂਨੀਵਰਸਿਟੀ ਬਣਾ ਰਹੇ ਸੀਗੇ ਇੰਗਲੈਂਡ ਦੇ ਵਿੱਚ। ਉਹ ਲੈਕਚਰਾਂ ਨੂੰ ਬਾਅਦ ਵਿੱਚ ਇਹਨਾਂ ਨੇ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਤੇ ਬੜੀ ਪ੍ਰਸਿੱਧ ਕਿਤਾਬ ਹੋਈ, ਜਿਹਦੇ ਚੋਂ ਯੂਨੀਵਰਸਿਟੀ ਦੇ ਸੰਕਲਪ ਬਾਰੇ ਸਾਨੂੰ ਆਈਡੀਆਜ਼ ਮਿਲਦੇ ਨੇ। ਯੂਨੀਵਰਸਿਟੀ ਦੇ ਸੰਕਲਪ ਬਾਰੇ ਪਹਿਲਾ ਆਈਡੀਆ ਇਹ ਆ ਕਿ ਜਿਹੜੇ ਲੋਕ ਜਿਹੜੇ ਇਸ ਸੰਸਥਾ ਨੂੰ ਸਥਾਪਿਤ ਕਰਦੇ ਨੇ, ਭਾਵੇਂ ਗੌਰਮੈਂਟ ਹੋਵੇ, ਭਾਵੇਂ ਚਰਚ ਹੋਵੇ, ਭਾਵੇਂ SGPC ਹੋਵੇ, ਉਹਨਾਂ ਦਾ ਯੂਨੀਵਰਸਿਟੀ ਤੇ ਕੰਟਰੋਲ ਨਹੀਂ ਹੋਣਾ ਚਾਹੀਦਾ। ਯੂਨੀਵਰਸਿਟੀ ਦੀ ਆਟੋਨਮੀ ਬਹੁਤ ਇੰਪੋਰਟੈਂਟ ਹੈ, ਜਿਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਜਾਂ ਗੌਰਮੈਂਟ ਜਾਂ ਕੋਈ ਸੰਸਥਾ ਯੂਨੀਵਰਸਿਟੀ ਸਥਾਪਿਤ ਕਰਦੀ ਆ, ਉਹ ਫੰਡਿੰਗ ਤਾਂ ਕਰੇਗੀ ਯੂਨੀਵਰਸਿਟੀ ਦੀ, ਲੇਕਿਨ ਉਹਨੂੰ ਕੰਟਰੋਲ ਨਹੀਂ ਕਰੇਗੀ।
ਉਹਦੇ ਵਾਸਤੇ ਵਾਈਸ ਚਾਂਸਲਰ ਲਾਇਆ ਜਾਏਗਾ, ਐਡਮਿਨਿਸਟ੍ਰੇਸ਼ਨ ਹੋਏਗੀ, ਉੱਥੇ ਸਟੂਡੈਂਟ ਹੋਣਗੇ, ਉੱਥੇ ਵਿਦਿਆਰਥੀ ਹੋਣਗੇ, ਉਹਨਾਂ ਦੀ ਅਟਾਨਮੀ ਹੋਏਗੀ। ਅਟਾਨਮੀ ਐਡਮਿਨਿਸਟ੍ਰੇਟਿਵ ਅਟਾਨਮੀ ਵੀ ਹੋਏਗੀ, ਅਕਾਦਮਿਕ ਅਟਾਨਮੀ ਵੀ ਹੋਏਗੀ। ਉੱਥੇ ਜਿਹੜੇ ਵਿਚਾਰ ਨੇ ਉਹਦਾ ਭੇਦ ਵੀ ਹੋਏਗਾ, ਡਿਫਰੈਂਸ ਵੀ ਹੋਏਗਾ, ਡਾਈਸੈਂਟ ਵੀ ਹੋਏਗੀ, ਲੇਕਿਨ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਏਗਾ, ਕਿਉਂਕਿ ਯੂਨੀਵਰਸਿਟੀ ਇੱਕ ਐਸਾ ਥਾਂ ਹੈ ਜਿੱਥੇ ਨਵੇਂ ਵਿਚਾਰ, ਨਵਾਂ ਗਿਆਨ ਪਲਪਦਾ ਹੈ, ਓਰੀਜੀਨੇਟ ਹੁੰਦਾ ਹੈ ਤੇ ਵਿਕਸਿਤ ਕਰਦਾ ਹੈ। ਤੇ ਇਹਦੇ ਨਾਲ ਅਸੀਂ ਜਿਹੜੇ ਚੰਗੇ ਇਨਸਾਨ ਨੇ ਉਹ ਪੈਦਾ ਕਰਨੇ ਹੁੰਦੇ ਹਨ। ਤੇ ਚੰਗੇ ਇਨਸਾਨਾਂ ਦੀ ਜਿਹੜੀ ਨਿਸ਼ਾਨੀ ਹੈ ਉਹ ਹੈ ਕਿ ਉਹ ਗਿਆਨਵਾਨ ਤੇ ਹੁੰਦੇ ਹੀ ਨੇ, ਲੇਕਿਨ ਉਹ ਸਮਾਜ ਦੇ ਵਿੱਚ ਬਰਾਬਰਤਾ ਵਾਸਤੇ ਖੜੇ ਹੁੰਦੇ ਨੇ। ਉਹ ਸਮਾਜ ਦੇ ਵਿੱਚ ਡੈਮੋਕ੍ਰੇਸੀ, ਜਿਹਨੂੰ ਜਮਹੂਰੀਅਤ ਕਹਿੰਦੇ ਆ, ਉਹਦੇ ਵਾਸਤੇ ਖੜੇ ਹੁੰਦੇ ਨੇ, ਇਨਸਾਫ ਵਾਸਤੇ ਖੜੇ ਹੁੰਦੇ ਹਨ। ਤੇ ਉਹਨਾਂ ਦਾ ਨਜ਼ਰੀਆ ਜਿਹੜਾ ਹੈ ਉਹ ਮਨੁੱਖਤਾਵਾਦੀ ਹੁੰਦਾ ਹੈ। ਤੋ ਇਸ ਕਰਕੇ ਯੂਨੀਵਰਸਿਟੀ ਜਿਹੜੀ ਹੈ ਉਹਦਾ ਸੰਕਲਪ ਜਿਹੜਾ ਹੈ ਉਹਦੇ 3-4 ਫੀਚਰ ਨੇ। ਪਹਿਲਾ ਫੀਚਰ ਹੈ ਕਿ ਇਹਦੀ ਅਟਾਨਮੀ ਹੋਵੇ, ਫੰਡਿੰਗ ਅਸ਼ੋਰਡ ਹੋਵੇ, ਉਹਨੂੰ ਫੰਡ ਦੀ ਪ੍ਰੋਬਲਮ ਨਾ ਆਵੇ। ਜਿਹੜੇ ਲੋਕ, ਜੋ ਵੀ ਲੋਕ, ਜੇ ਸਰਕਾਰ ਜਾਂ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਚਰਚ ਜਾਂ ਕੋਈ SGPC ਯੂਨੀਵਰਸਿਟੀ ਬਣਾਉਂਦੀ ਹੈ, ਉਹ ਫੰਡਿੰਗ ਕਰੇਗੀ, ਲੇਕਿਨ ਉਹ ਰੈਗੂਲੇਟ ਨਹੀਂ ਕਰੇਗੀ। ਵਾਈਸ ਚਾਂਸਲਰ ਲਾਉਣ ਤੋਂ ਬਾਅਦ ਵਾਈਸ ਚਾਂਸਲਰ ਨੂੰ ਫਰੀਡਮ ਹੋਏਗੀ ਕਿ ਉਹ ਫੈਕਲਟੀ ਨਾਲ ਮਿਲ ਕੇ, ਔਰ ਜਿਹੜੇ ਹੋਰ ਪਤਵੰਤੇ ਸੱਜਣ ਨੇ ਜਿਹੜੇ ਉਹਦੀ ਗਵਰਨਿੰਗ ਬਾਡੀ 'ਤੇ ਲਾਏ ਜਾਂਦੇ ਉਹਨਾਂ ਨਾਲ ਮਿਲ ਕੇ ਯੂਨੀਵਰਸਿਟੀ ਚਲਾਏ, ਲੇਕਿਨ ਉਹ ਓਪਰੈਸ਼ਨ ਨਹੀਂ ਕਰੇਗਾ ਯੂਨੀਵਰਸਿਟੀ ਦੇ ਵਿੱਚ। ਉਹ ਕਿਸੇ ਦਾ ਵਿਤਕਰਾ ਨਹੀਂ ਕਰੇਗਾ ਇਸ ਬਣਾ 'ਤੇ ਕਿ ਉਹ ਉਹਨਾਂ ਦੇ ਵਿੱਚ ਵਿਚਾਰਾਂ ਦਾ ਭੇਦਭਾਵ ਹੈ, ਕਿਉਂਕਿ ਕ੍ਰੀਏਟਿਵਿਟੀ ਜਿਹੜੀ ਆ ਉਹ ਫੀਅਰਲੈਸ ਹੋਣ ਨਾਲ ਹੀ ਆਉਂਦੀ ਹੈ। ਤੇ ਇਸ ਕਰਕੇ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਰੋਲ ਹੈ, ਜਿੱਥੇ ਉਹਨੇ ਸਕਿੱਲ ਦੇਣਾ ਹੈ ਲੋਕਾਂ ਨੂੰ, ਸਾਡੇ ਨੌਜਵਾਨਾਂ ਨੂੰ ਗਿਆਨ ਦੇਣਾ ਹੈ, ਉਹਨੇ ਇੱਕ ਚੰਗੇ ਸ਼ਹਿਰੀ ਵੀ ਪ੍ਰੋਡਿਊਸ ਕਰਨਾ ਹੈ। ਇਸ ਸੰਬੰਧ 'ਚ ਮੈਂ ਇੱਕ ਜਵਾਹਰ ਲਾਲ ਨਹਿਰੂ ਦੇ ਕਨਵੋਕੇਸ਼ਨ ਐਡਰੈਸ ਨੂੰ ਕੋਟ ਕਰਨਾ ਚਾਹਾਂਗਾ, ਜਿਹੜਾ ਆਜ਼ਾਦੀ ਤੋਂ ਬਾਅਦ ਉਹਨਾਂ ਪਹਿਲਾ ਕਨਵੋਕੇਸ਼ਨ ਐਡਰੈਸ ਇਲਾਹਾਬਾਦ ਯੂਨੀਵਰਸਿਟੀ ਵਿੱਚ ਦਿੱਤਾ। ਤਾਂ ਉਹਨਾਂ ਨੇ ਕਿਹਾ, ਜੇ ਯੂਨੀਵਰਸਿਟੀਆਂ ਵਿੱਚ ਠੀਕ ਕੰਮ ਚੱਲ ਰਿਹਾ ਤੇ ਸੁਸਾਇਟੀ ਠੀਕ ਚੱਲੇਗੀ। ਇਫ ਆਲ ਇਜ਼ ਵੈਲ ਵਿਦ ਦ ਯੂਨੀਵਰਸਿਟੀ, ਆਲ ਵਿਲ ਬੀ ਵੈਲ ਇਨ ਦ ਸੁਸਾਇਟੀ। ਤੋ ਇਹ ਇੱਕ ਬੁਨਿਆਦ ਹੈ ਜਿਹੜੀ ਦੱਸਦੀ ਹੈ ਕਿ ਯੂਨੀਵਰਸਿਟੀ ਕਿੰਨੀ ਮਹੱਤਵਪੂਰਨ ਹੈ, ਇੰਪੋਰਟੈਂਟ ਹੈ। ਉਹਨੇ ਸਾਨੂੰ ਨਵੀਂ ਡਾਇਰੈਕਸ਼ਨ ਦੇਣੀ ਆ, ਸਾਨੂੰ ਨਵੇਂ ਰਾਹ ਦੱਸਣੇ ਨੇ, ਸਮੱਸਿਆ ਵਿੱਚੋਂ ਕੱਢਣ ਵਾਸਤੇ ਹੱਲ ਦੱਸਣੇ ਨੇ, ਔਰ ਵਿੱਦਿਆ ਦੇ ਪਸਾਰੇ ਨਾਲ ਚਾਨਣ ਪਸਾਰਨਾ ਹੈ। ਔਰ ਚਾਨਣ ਦੇ ਨਾਲ ਸਮਾਜ ਜਿਹੜਾ ਹੈ ਔਰ ਸਮਾਜਿਕ ਜ਼ਿੰਦਗੀ ਜਿਹੜੀ ਆ ਉਹਨੂੰ ਬਿਹਤਰ ਬਣਾਉਣਾ, ਇਹ ਇੱਕ ਯੂਨੀਵਰਸਿਟੀ ਦੇ ਸੰਕਲਪ ਵਿੱਚ ਆਉਂਦਾ ਹੈ। ਤੇ ਇਸ ਸੰਕਲਪ ਨੂੰ ਲਾਗੂ ਕਰਨਾ ਜਿਹੜਾ ਜਦੋਂ ਯੂਨੀਵਰਸਿਟੀਆਂ ਬਣਾਈਆਂ ਜਾਂਦੀਆਂ ਨੇ, ਮਹੱਤਵਪੂਰਨ ਇੱਕ ਆਈਡੀਆ ਬਣ ਜਾਂਦਾ ਹੈ। ਔਰ ਇਹ ਸੰਕਲਪ ਜਿਹੜਾ ਹੈ ਸਮੇਂ ਤੋਂ ਸਮੇਂ ਕਿਵੇਂ ਬਦਲਿਆ? ਪੰਡਿਤ ਨਹਿਰੂ ਦੀ ਤੁਸੀਂ ਗੱਲ ਕੀਤੀ, ਆਜ਼ਾਦੀ ਤੋਂ ਬਾਅਦ, ਪੰਡਿਤ ਨਹਿਰੂ ਹੁਣਾਂ ਦੇ ਟਾਈਮ ਤੋਂ ਬਾਅਦ ਇਹ ਯੂਨੀਵਰਸਿਟੀਆਂ ਦਾ ਜਿਹੜਾ ਢਾਂਚਾ ਆ, ਅੰਦਰੂਨੀ ਆਜ਼ਾਦੀ ਆ, ਆਟੋਨੋਮੀ ਆ, ਇਹ ਕਿਵੇਂ ਬਦਲੀ ਆ? ਸਾਡੀ ਯੂਨੀਵਰਸਿਟੀਆਂ ਦੀ ਕੁਆਲਿਟੀ ਤੇ ਕੋਈ ਫਰਕ ਪਿਆ ਹੈ ਜੀ? ਮੈਂ ਇਸ ਸਵਾਲ ਦਾ ਜਵਾਬ ਦੋ ਜਿਹੜੀਆਂ ਪੜਾਵਾਂ ਵਿੱਚ ਦੇਣਾ ਚਾਹਾਂਗਾ। ਪਹਿਲਾ ਪੜਾਅ ਹੈ ਕਿ ਆਜ਼ਾਦੀ ਤੋਂ ਪਹਿਲਾਂ ਤੇ 1991 ਤੱਕ ਦਾ ਪੜਾਅ ਜਿਹੜਾ ਹੈਗਾ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ 1857 ਦੀ ਜਿਹੜੀ ਲੜਾਈ ਸੀ ਆਜ਼ਾਦੀ ਦੀ ਹਿੰਦੁਸਤਾਨੀਆਂ ਦੀ, ਉਹਦੇ ਬਾਅਦ 3 ਯੂਨੀਵਰਸਿਟੀਆਂ ਕਾਇਮ ਕੀਤੀਆਂ। ਉਹਨਾਂ ਦੇ ਨਾਂ ਨੇ ਕਲਕੱਤਾ ਯੂਨੀਵਰਸਿਟੀ, ਮਦਰਾਸ ਯੂਨੀਵਰਸਿਟੀ ਤੇ ਬੰਬੇ ਯੂਨੀਵਰਸਿਟੀ। ਹੁਣ ਜਿਹੜੇ ਕੋਲਕਾਤਾ ਹੋ ਗਿਆ ਕਲਕੱਤਾ, ਮੁੰਬਈ ਜਿਹੜਾ ਹੈ ਉਹ ਬੰਬਈ, ਜਿਹੜਾ ਬੰਬੇ ਮੁੰਬਈ ਹੋ ਗਿਆ, ਔਰ ਮਦਰਾਸ ਜਿਹੜਾ ਚੇਨਈ ਹੋ ਗਿਆ। 3 ਸ਼ਹਿਰਾਂ 'ਚ ਯੂਨੀਵਰਸਿਟੀਆਂ ਬਣਾਈਆਂ ਗਈਆਂ। ਤੇ ਫਿਰ ਉਸ ਤੋਂ ਬਾਅਦ ਚੌਥੀ ਜਿਹੜੀ ਯੂਨੀਵਰਸਿਟੀ ਸੀਗੀ, ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ 1882 ਵਿੱਚ ਬਣਾਈ। ਪਰ ਇਹ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਇਹ ਐਗਜ਼ਾਮੀਨੇਸ਼ਨ ਬਾਡੀ ਸੀਗੀਆਂ, ਇਮਤਿਹਾਨ ਲੈਣ ਵਾਲੀਆਂ ਸੰਸਥਾਵਾਂ ਸੀਗੀਆਂ। ਇਹਨਾਂ ਦੇ ਕੈਂਪਸਸ ਵਿੱਚ ਡਿਪਾਰਟਮੈਂਟ ਹੈ ਨਹੀਂ ਸੀਗੇ, ਵਿਦਵਾਨ ਹੈ ਨਹੀਂ ਸੀ, ਵਿਦਿਆਰਥੀ ਨਹੀਂ ਸੀ ਹੁੰਦੇ। ਤੋ ਇਹ ਜਿਹੜਾ ਸੰਕਲਪ ਮੌਜੂਦਾ ਬਣਿਆ ਕਿ ਯੂਨੀਵਰਸਿਟੀਆਂ ਦਾ ਕੈਂਪਸ ਹੋਏਗਾ, ਉੱਥੇ ਵਿਦਿਆਰਥੀ ਪੜ੍ਹਨਗੇ, ਖੋਜ ਹੋਏਗੀ, ਗੱਲਾਂ ਬਾਤਾਂ ਹੋਣਗੀਆਂ, ਇਹ ਪੋਸਟ ਇੰਡੀਪੈਂਡੈਂਸ ਪੀਰੀਅਡ ਦੇ ਵਿੱਚ ਹੋਇਆ ਹੈਗਾ। ਤੇ ਇਸ ਨੂੰ ਬਣਾਉਣ ਵਾਸਤੇ 1948 ਦੇ ਵਿੱਚ ਇੱਕ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ, ਜਿਹਨੂੰ ਰਾਧਾ ਕ੍ਰਿਸ਼ਨ ਕਮਿਸ਼ਨ ਕਹਿੰਦੇ ਨੇ। ਰਾਧਾ ਕਮਿਸ਼ਨ ਉਹ ਸਨ ਜਿਹੜੇ ਹਿੰਦੁਸਤਾਨ ਦੇ ਵਾਈਸ ਪ੍ਰੈਜ਼ੀਡੈਂਟ ਬਣੇ ਤੇ ਬਾਅਦ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਬਣੇ। ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ, ਉਹਦੇ ਆਧਾਰ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ 1950 ਵਿੱਚ ਸਥਾਪਿਤ ਕੀਤਾ ਗਿਆ। ਤੇ ਉਹਦਾ ਪਰਪਸ ਇਹ ਸੀਗਾ ਕਿ ਜਿਹੜੀਆਂ ਯੂਨੀਵਰਸਿਟੀਆਂ ਬਣਦੀਆਂ ਨੇ ਉਹਨਾਂ ਦੇ ਵਿਕਾਸ ਵਾਸਤੇ, ਉਹਨਾਂ ਦੀ ਰਿਕਗਨੀਸ਼ਨ ਵਾਸਤੇ ਤੇ ਉਹਨਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਨੂੰ ਨਿਰਧਾਰਿਤ ਕਰਨ ਵਾਸਤੇ ਯੋਗਦਾਨ ਪਲੇ ਕਰੇਗਾ। ਫਿਰ 1964 ਦੇ ਵਿੱਚ ਡਾਕਟਰ ਡੀ ਐਸ ਕੋਠਾਰੀ ਦੇ ਲੀਡਰਸ਼ਿਪ ਦੇ ਵਿੱਚ ਇੱਕ ਐਜੂਕੇਸ਼ਨਲ ਕਮਿਸ਼ਨ ਬਣਾਇਆ ਗਿਆ।
ਉਹਨੇ 1966 ਵਿੱਚ ਰਿਪੋਰਟ ਦਿੱਤੀ ਤੇ ਉਹਨੇ ਯੂਨੀਵਰਸਿਟੀ ਦੀ ਅਟਾਨਮੀ ਨੂੰ ਲੈ ਕੇ ਔਰ ਐਜੂਕੇਸ਼ਨ ਦੇ ਪ੍ਰਤੀ ਸੀਰੀਅਸਨੈਸ ਨੂੰ ਲਿਆਉਣ ਵਾਸਤੇ ਉਹਨਾਂ ਨੇ ਕਿਹਾ ਕਿ ਕੌਮੀ ਆਮਦਨ ਦਾ 6% ਜਿਹੜਾ ਹੈ ਉਹ ਐਜੂਕੇਸ਼ਨ ਤੇ ਖਰਚ ਕੀਤਾ ਜਾਵੇਗਾ, ਜਿਹੜਾ ਕਿ ਅੱਜ ਕੱਲ੍ਹ ਅਸੀਂ 2-2.5% ਹੀ ਖਰਚ ਕਰਦੇ ਹਾਂ ਹਿੰਦੁਸਤਾਨ ਦੇ ਵਿੱਚ। ਸੋ ਫੰਡਿੰਗ ਨੂੰ ਲੈ ਕੇ ਬੜੀ ਇੰਪੋਰਟੈਂਟ ਗੱਲ ਹੋਈ ਕਿ ਜਿਹੜੀ ਐਜੂਕੇਸ਼ਨ ਦੇਣੀ ਹੈ ਯੂਨੀਵਰਸਿਟੀਆਂ ਦੇ ਵਿੱਚ, ਉਹ ਸਟੂਡੈਂਟ ਤੋਂ ਫੀਸ ਉਗਰਾ ਕੇ ਨਹੀਂ ਹੋਏਗੀ। ਫੀਸ ਜਿਹੜੀ ਹੈ ਇੱਕ ਟੋਕਨ ਦੇ ਰੂਪ ਵਿੱਚ ਉਹਨਾਂ ਕੋਲ ਪ੍ਰਾਪਤ ਕੀਤੀ ਜਾਏਗੀ, ਲੇਕਿਨ ਫੰਡਿੰਗ ਜਿਹੜੀ ਹੈ ਮੁੱਖ ਰੂਪ ਵਿੱਚ ਹਿੰਦੁਸਤਾਨ ਦੇ ਵਿੱਚ ਯੂਨੀਵਰਸਿਟੀਆਂ ਦੀ ਸਰਕਾਰ ਵੱਲੋਂ ਕੀਤੀ ਜਾਵੇਗੀ। ਤੇ ਜਿਹੜੀਆਂ ਯੂਨੀਵਰਸਿਟੀਆਂ ਬਣਨਗੀਆਂ ਉਹ ਜਾਂ ਤਾਂ ਕੇਂਦਰੀ ਸਰਕਾਰ ਪਾਰਲੀਮੈਂਟ 'ਚ ਐਕਟ ਰਾਹੀਂ ਪਾਸ ਕਰੇਗੀ, ਜਿਹਨਾਂ ਨੂੰ ਸੈਂਟਰਲ ਯੂਨੀਵਰਸਿਟੀਆਂ ਕਹਿੰਦੇ ਨੇ, ਔਰ ਜਾਂ ਸਟੇਟ ਗਵਰਨਮੈਂਟ ਜਿਹੜੀਆਂ ਨੇ ਐਕਟ ਰਾਹੀਂ ਪਾਸ ਕਰਨਗੀਆਂ ਕਿ ਸਟੇਟ ਵਿੱਚ ਯੂਨੀਵਰਸਿਟੀ ਬਣਾਈ ਜਾਏਗੀ। ਸੋ 2 ਮੈਕੈਨਿਜ਼ਮ ਉਹਨਾਂ ਨੇ ਸੁਜੈਸਟ ਕਰਤੇ ਤੇ ਇਹਨਾਂ ਮੈਕੈਨਿਜ਼ਮ ਦੇ ਤਹਿਤ ਬਹੁਤ ਸਾਰੀਆਂ ਯੂਨੀਵਰਸਿਟੀਆਂ ਉਸ ਵਕਤ ਤੱਕ ਸਰਕਾਰੀ ਯੂਨੀਵਰਸਿਟੀਆਂ ਰਹੀਆਂ। ਜਿਹੜੀ ਨੈਸ਼ਨਲ ਸਾਇੰਸ ਇੰਸਟੀਚਿਊਟ ਬੰਗਲੌਰ ਹੈ, ਇਹ ਟਾਟਾ ਇੰਸਟੀਚਿਊਟ ਆਫ ਸਾਇੰਸ ਹੁੰਦੀ ਸੀ। ਇਹਨੂੰ ਫਿਰ ਟਾਟਾ ਵਾਲਿਆਂ ਨੇ ਗਵਰਨਮੈਂਟ ਨੂੰ ਦੇ ਦਿੱਤਾ ਤੇ ਗਵਰਨਮੈਂਟ ਨੇ ਅੰਡਰਟੇਕ ਕਰ ਲਿਆ ਤੇ ਫਿਰ ਇਹਨੇ ਡਿਗਰੀਆਂ ਜਿਹੜੀਆਂ ਉਸ ਹਿਸਾਬ ਨਾਲ ਦੇਣੀਆਂ ਸ਼ੁਰੂ ਕੀਤੀਆਂ। ਸੋ 1991 ਤੱਕ ਜਿਹੜਾ ਕਨਸੈਪਟ ਸੀਗਾ ਕਿ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਜਾਂ ਸਟੇਟ ਗਵਰਨਮੈਂਟ ਬਣਾਏਗੀ ਜਾਂ ਸੈਂਟਰ ਗਵਰਨਮੈਂਟ ਬਣਾਏਗੀ ਤੇ ਉਹਨਾਂ ਦੀ ਫੰਡਿੰਗ ਵੀ ਸਰਕਾਰ ਵੱਲੋਂ ਹੋਏਗੀ ਤੇ ਫੀਸਾਂ ਨਾਲ ਬਹੁਤ ਥੋੜਾ ਹਿੱਸਾ ਜਿਹੜਾ ਉਹ ਉਗਰਾਇਆ ਜਾਏਗਾ ਫੰਡ ਦਾ। ਫੰਡ ਜਿਹੜੇ ਨੇ ਮੇਨ ਤੌਰ ਤੇ ਜਾਂ ਤਾਂ ਸਟੇਟ ਗਵਰਨਮੈਂਟਾਂ ਵੱਲੋਂ ਆਉਣਗੇ ਸਟੇਟ ਯੂਨੀਵਰਸਿਟੀਆਂ ਵਾਸਤੇ ਤੇ ਸੈਂਟਰਲ ਯੂਨੀਵਰਸਿਟੀਆਂ ਵਾਸਤੇ ਸੈਂਟਰ ਗਵਰਨਮੈਂਟ ਵੱਲੋਂ ਆਉਣਗੇ ਤੇ ਥੋੜੀ ਜਿਹੀ ਕਲੈਕਸ਼ਨ ਜਿਹੜੀ ਆ ਟੋਕਨ ਫੀਸ ਦੇ ਨਾਲ ਅਸੀਂ ਕਲੈਕਟ ਵਿਦਿਆਰਥੀਆਂ ਤੋਂ ਕਰ ਸਕਦੇ ਹਾਂ, ਲੇਕਿਨ ਉਹ ਬਹੁਤ ਛੋਟਾ ਹਿੱਸਾ ਹੋਏਗਾ। ਤਾਂ ਇਹ ਜਿਹੜਾ ਕਨਸੈਪਟ ਸੀਗਾ ਇਹਦੇ 'ਚ ਅਟਾਨਮੀ ਵੀ ਗਰੰਟੀ ਕੀਤੀ ਗਈ। ਅਟਾਨਮੀ ਇਸ ਤਰ੍ਹਾਂ ਗਰੰਟੀ ਕੀਤੀ ਗਈ ਕਿ ਜਿਹੜੀ ਵੀ ਫੰਡਿੰਗ ਇੰਸਟੀਟਿਊਸ਼ਨ ਹੈ, ਸੈਂਟਰ ਗਵਰਨਮੈਂਟ ਹੈ ਜਾਂ ਸਟੇਟ ਗਵਰਨਮੈਂਟ ਹੈ, ਉਹ ਵਾਈਸ ਚਾਂਸਲਰ ਤਾਂ ਲਾਏਗੀ ਲੇਕਿਨ ਵਾਈਸ ਚਾਂਸਲਰ ਨੂੰ ਅਟਾਨਮਸ ਰੱਖੇਗੀ। ਕੋਈ ਵਾਈਸ ਚਾਂਸਲਰ ਦੀ ਡੇ ਟੂ ਡੇ ਫੰਕਸ਼ਨਿੰਗ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਨਗੇ ਤੇ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਜਿਹੜਾ ਹੈ ਉਹ ਇਸ ਤਰ੍ਹਾਂ ਚਲਾਏਗਾ ਕਿ ਅਧਿਆਪਕ ਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਅਟਾਨਮੀ ਇਸ ਸੰਦਰਭ ਵਿੱਚ ਕਾਇਮ ਰਹੇਗੀ ਕਿ ਉਹ ਕੀ ਸੋਚਦੇ ਨੇ, ਕੀ ਪੜ੍ਹਦੇ ਨੇ, ਕੀ ਲਿਖਦੇ ਨੇ, ਇਹਦੇ ਉੱਤੇ ਵਾਈਸ ਚਾਂਸਲਰ ਦਾ ਕੋਈ ਕੰਟਰੋਲ ਨਹੀਂ ਹੋਏਗਾ। ਤੇ ਵਾਈਸ ਚਾਂਸਲਰ ਦੀ ਮਦਦ ਵਾਸਤੇ ਗਵਰਨਮੈਂਟ ਜਿਹੜੀ ਆ ਆਪਣੇ ਨੁਮਾਇੰਦੇ ਜਿਹੜੇ ਆ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਤੇ ਲਾਉਂਦੇ ਨੇ। ਕੁਝ ਨੁਮਾਇੰਦੇ ਜਿਹੜੇ ਆ ਟੀਚਰਾਂ ਚੋਂ ਆਉਂਦੇ ਨੇ, ਕੁਝ ਨੁਮਾਇੰਦੇ ਜਿਹੜੇ ਨੇ ਇਲੈਕਟਿਡ ਪਬਲਿਕ ਰਿਪਰੈਜ਼ੈਂਟੇਟਿਵ ਵੀ ਆਉਂਦੇ ਨੇ। ਪਰ ਇਹ ਬਦਲਾਅ ਕਦੋਂ ਹੋਇਆ ਜੀ? ਬਦਲਿਆ ਕਦੋਂ ਹੋਇਆ? ਇਹ ਬਦਲਾਅ ਦਾ ਪ੍ਰੋਸੈਸ ਜਿਹੜਾ ਹੈ 1991 ਤੋਂ ਬਾਅਦ ਸ਼ੁਰੂ ਹੁੰਦਾ ਹੈ। 1991 ਤੋਂ ਬਾਅਦ ਜਦੋਂ ਨਵੀਂ ਆਰਥਿਕ ਨੀਤੀ ਆਉਂਦੀ ਹੈ ਤਾਂ ਇਹ ਆਈਡੀਆ ਆਉਣ ਲੱਗਿਆ ਕਿ ਯੂਨੀਵਰਸਿਟੀਆਂ ਦੇ ਜਿਹੜੇ ਖਰਚੇ ਨੇ ਉਹ ਕਾਫੀ ਵੱਧ ਗਏ ਨੇ, ਤਨਖਾਹਾਂ ਵਗੈਰਾ ਦੇ ਪੈਨਸ਼ਨ ਫੰਡ ਜਿਹੜੇ ਨੇ ਉਹ ਕਾਫੀ ਵੱਧ ਗਏ ਨੇ ਤੇ ਇੱਕ ਨਵਾਂ ਦੌਰ ਸਮਾਜ ਵਿੱਚ ਸ਼ੁਰੂ ਹੋ ਰਿਹਾ ਜਿਹੜਾ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਦਾ ਦੌਰ ਹੈ। ਤੇ ਇਹਦੇ 'ਚ ਕਈ ਕਮੇਟੀਆਂ ਬਣੀਆਂ। ਇੱਕ ਕਮੇਟੀ ਜਿਹੜੀ ਸੀ ਉਹ ਰਿਲਾਇੰਸ ਔਰ ਬਿਰਲਾ ਕਮੇਟੀ ਜਿਹਨੂੰ ਕਹਿੰਦੇ ਆ, ਬਿਜ਼ਨਸਮੈਨ ਜਿਹੜੇ ਕਾਰਪੋਰੇਟ ਹਾਊਸਸ ਨੇ ਉਹਨਾਂ ਦੀ ਕਮੇਟੀ ਬਣੀ। ਉਹਨਾਂ ਨੇ ਸੁਜੈਸਟ ਕੀਤਾ ਕਿ ਪ੍ਰਾਈਵੇਟ ਸੈਕਟਰ ਨੂੰ ਯੂਨੀਵਰਸਿਟੀਆਂ ਦੇ ਵਿੱਚ ਲਿਆਂਦਾ ਜਾਏ ਔਰ ਉਹਨਾਂ ਨੂੰ ਅਲਾਓ ਕੀਤਾ ਜਾਏ ਕਿ ਯੂਨੀਵਰਸਿਟੀਆਂ ਸਥਾਪਿਤ ਕਰਨ ਔਰ ਸਥਾਪਿਤ ਕਰਨ ਸਮੇਂ ਉਹ ਫੀਸਾਂ ਰਾਹੀਂ ਸੈਲਫ ਫਾਈਨਾਂਸਡ ਯੂਨੀਵਰਸਿਟੀਆਂ ਹੋਣਗੀਆਂ। ਮਤਲਬ ਫੰਡਿੰਗ ਜਿਹੜੀ ਹੈ ਉਹ ਸਰਕਾਰ ਕਰਨ ਦੀ ਬਜਾਏ ਵਿਦਿਆਰਥੀਆਂ ਤੋਂ ਪ੍ਰਾਪਤ ਕੀਤੀ ਜਾਏਗੀ। ਤੇ ਇਹਦੇ ਮੁਕਾਬਲੇ ਦੇ ਵਿੱਚ ਇੱਕ ਪਨਈਆ ਕਮੇਟੀ ਰਿਪੋਰਟ ਕਮੇਟੀ UGC ਨੇ ਐਸਟੈਬਲਿਸ਼ ਕੀਤੀ 90s ਵਿੱਚ ਹੀ। ਉਹਨੇ ਕਿਹਾ ਕਿ ਇਹ ਜਿਹੜੀ ਫੀਸ ਵਾਲਾ ਮੈਥਡ ਹੈ ਰਿਸੋਰਸਿਸ ਇਕੱਠੇ ਕਰਨ ਵਾਲਾ, ਇਹਦੇ ਨਾਲ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹ ਵਿਦਿਆਰਥੀ ਐਜੂਕੇਸ਼ਨ 'ਚੋਂ ਬਾਹਰ ਹੋ ਜਾਣਗੇ। ਇਸ ਕਰਕੇ ਉਹਨੇ ਯੂਨੀਵਰਸਿਟੀ ਦਾ ਵਰਲਡ ਦਾ ਸਿਸਟਮ ਸਟੱਡੀ ਕਰਕੇ, ਖਾਸ ਕਰਕੇ ਅਮਰੀਕਾ ਦਾ ਸਿਸਟਮ ਸਟੱਡੀ ਕਰਕੇ ਕਿਹਾ ਕਿ ਜਿੰਨੀ ਸਾਡੀ GDP ਪਰ ਕੈਪੀਟਾ ਇਨਕਮ ਹੁੰਦੀ ਆ ਉਹਦਾ 10% ਤੋਂ ਵੱਧ ਫੀਸਾਂ ਨਾਲ ਉਗਰਾਇਆ ਨਹੀਂ ਜਾ ਸਕਦਾ। ਮਸਲਨ ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਜਿਹੜੀ ਪਰ ਕੈਪੀਟਾ ਇਨਕਮ ਉਸ ਵਕਤ ਹੈ $30,000 ਹੈ ਤੇ ਇਸ ਕਰਕੇ ਯੂਨੀਵਰਸਿਟੀ ਦੀ ਫੀਸ $3,000 ਤੋਂ ਵੱਧ ਨਹੀਂ ਹੋ ਸਕਦੀ। ਤੇ ਜਿਵੇਂ ਸਾਡੇ ਮੁਲਕ ਦੇ ਵਿੱਚ ਲਗਭਗ 1,70,000 ਜਿਹੜੀ ਹੈ ਸਾਡੀ ਪਰ ਕੈਪੀਟਾ ਰੁਪਿਆਂ 'ਚ ਇਨਕਮ ਹੈ ਤੇ ਸਾਡੀ ਫੀਸ ਮੈਕਸਿਮਮ ਉਸ ਹਿਸਾਬ ਨਾਲ 17,000 ਤੋਂ ਵੱਧ ਨਹੀਂ ਹੋ ਸਕਦੀ। ਲੇਕਿਨ ਬਹੁਤ ਸਾਰੇ ਥਾਵਾਂ ਤੇ ਫੀਸਾਂ ਜਿਹੜੀਆਂ ਨੇ ਲੱਖਾਂ ਦੇ ਹਿਸਾਬ ਨਾਲ ਗਰਾਈਆਂ ਜਾ ਰਹੀਆਂ ਨੇ। ਕਿਤੇ 50 ਲੱਖ ਰੁਪਈਆ, ਕਿਤੇ ਕਰੋੜ ਲੱਖ ਰੁਪਈਆ ਮੈਡੀਕਲ ਵਿੱਚ ਲਿਆ ਜਾ ਰਿਹਾ ਔਰ ਜਿਹੜੀਆਂ IIM ਨੇ ਉਹਨਾਂ ਦੇ ਵਿੱਚ ਫੀਸਾਂ ਜਿਹੜੀਆਂ ਨੇ 20-20, 25-25 ਲੱਖ ਲਈਆਂ ਜਾ ਰਹੀਆਂ ਨੇ। ਤੇ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਫੀਸਾਂ ਬਹੁਤ ਹੋ ਗਈਆਂ ਸ਼ੁਰੂ ਤੇ ਫਿਰ ਪਬਲਿਕ ਯੂਨੀਵਰਸਿਟੀਆਂ ਦੇ ਉੱਤੇ ਪ੍ਰੈਸ਼ਰ ਪਿਆ ਕਿ ਇਹਨਾਂ ਨੂੰ ਵੀ ਕਿਹਾ ਜਾਵੇ ਕਿ ਜਿਹੜੀਆਂ ਤੁਸੀਂ ਆਪਣੀ ਫੰਡਿੰਗ ਹੈ ਉਹ ਆਪ ਅਰੇਂਜ ਕਰੋ।
ਤੇ ਪੰਜਾਬ ਦੇ ਵਿੱਚ ਇਹ ਦੌਰ ਜਿਹੜਾ 1997 ਦੇ ਵਿੱਚ ਸ਼ੁਰੂ ਹੁੰਦਾ ਹੈ। ਉਦੋਂ ਬੀਜੇਪੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਸੀਗੀ ਤੇ ਉਹਨਾਂ ਨੇ 1997 ਦੇ ਵਿੱਚ ਫੈਸਲਾ ਕੀਤਾ ਪਹਿਲੀ ਵਾਰ ਕਿ ਯੂਨੀਵਰਸਿਟੀਆਂ ਤੇ ਏਡਡ ਕਾਲਜ ਜਿਹੜੇ ਪ੍ਰਾਈਵੇਟ ਨੇ, ਜਿਨ੍ਹਾਂ ਨੂੰ ਸੈਲਰੀ ਦਾ 95% ਸਰਕਾਰ ਦਿੰਦੀ ਸੀ, ਹਰ ਸਾਲ ਉਹਨਾਂ ਤੇ 10% ਕੱਟ ਲਾਇਆ ਜਾਏਗਾ ਤੇ 10 ਸਾਲਾਂ ਵਿੱਚ ਉਹਨਾਂ ਨੂੰ ਸਵੈ ਨਿਰਭਰ ਬਣਾ ਦਿੱਤਾ ਜਾਏਗਾ। ਇਹ ਕੱਟ ਜਿਹੜਾ ਹੈ 5 ਸਾਲ ਚੱਲਦਾ ਰਿਹਾ, 97 ਤੋਂ ਲੈ ਕੇ 2002 ਤੱਕ, ਤੇ ਇਹਦੇ ਨਾਲ 50% ਫੰਡਿੰਗ ਜਿਹੜੀ ਆ ਯੂਨੀਵਰਸਿਟੀਆਂ ਦੀ ਡਿਕਲਾਈਨ ਕਰ ਗਈ, ਘਟ ਗਈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1997-98 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਮੇਰੀ ਚੇਅਰਮੈਨਸ਼ਿਪ 'ਚ ਕਮੇਟੀ ਕਾਇਮ ਕੀਤੀ ਕਿ ਦੱਸੋ ਕਿ ਸਾਡੀ ਫੰਡਿੰਗ ਦਾ ਕੀ ਸਥਿਤੀ ਆ। ਤਾਂ ਉਸ ਵਕਤ ਸਾਨੂੰ ਪਤਾ ਲੱਗਿਆ ਕਿ 75% ਜਿਹੜੇ ਫੰਡ ਦੇ 74-75% ਫੰਡ ਉਹ ਸਟੇਟ ਗਵਰਨਮੈਂਟ ਵੱਲੋਂ ਆਉਂਦੇ ਨੇ ਤੇ 4-5% ਫੰਡ ਜਿਹੜੇ ਨੇ UGC ਵੱਲੋਂ ਆਉਂਦੇ ਨੇ ਤੇ ਸਟੂਡੈਂਟਸ ਤੋਂ ਸਿਰਫ 15-20% ਜਿਹੜੇ ਫੰਡ ਨੇ ਉਹਦੇ ਨਾਲ ਹੀ ਫੀਸ ਕਰਾਉਂਦੇ ਆ। ਬਾਕੀ ਮੇਨ ਫੰਡਿੰਗ ਦਾ ਸੋਰਸ ਸਰਕਾਰ ਹੈ। ਤਾਂ ਇਹ ਜਿਹੜਾ ਵਰਤਾਰਾ ਸ਼ੁਰੂ ਹੋਇਆ, ਇਹਨੇ ਇੱਕਦਮ ਯੂਨੀਵਰਸਿਟੀਆਂ ਦੇ ਉੱਤੇ ਕ੍ਰਾਈਸਿਸ ਖੜਾ ਕਰਤਾ ਤੇ 2003 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਫੈਸਲਾ ਕੀਤਾ ਕਿ ਫੀਸਾਂ 10% ਵਧਾਤੀਆਂ ਜਾਣ ਸਟੂਡੈਂਟਸ ਦੀਆਂ, ਤੇ ਇਹਦੇ 'ਚ ਬਹੁਤ ਵੱਡੀ ਸਟ੍ਰਾਈਕ ਹੋਈ। ਯੂਨੀਵਰਸਿਟੀ ਤੋਂ ਸਟ੍ਰਾਈਕ ਚੱਲਦੀ ਚੱਲਦੀ ਕਾਲਜਾਂ 'ਚ ਫੈਲ ਗਈ। ਤਾਂ ਉਸ ਵਕਤ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਤੇ ਉਹਨਾਂ ਨੇ ਵਾਈਸ ਚਾਂਸਲਰ ਨੂੰ ਕਿਹਾ ਕਿ ਇਹ ਫੀਸਾਂ ਵਾਲਾ ਕੰਮ ਜਿਹੜਾ ਵਿਡਰਾ ਕਰ ਲਓ ਤੇ ਮੈਂ ਤੁਹਾਡੀ ਜਿਹੜੀ ਫੰਡਿੰਗ 10% ਕੱਟ ਹੁੰਦੀ ਹੈ ਉਹ ਬੰਦ ਕਰ ਦੇਣਾ, ਤਾਂ ਜਿੰਨੀ ਤੁਹਾਡੀ ਗ੍ਰਾਂਟ ਇਸ ਵੇਲੇ ਆ ਉਹ ਜਾਰੀ ਰਹੇਗੀ ਤੇ ਤੁਸੀਂ ਆਪਣੇ ਸਾਧਨਾਂ ਨਾਲ ਕੋਸ਼ਿਸ਼ ਕਰੋ ਕਿ ਯੂਨੀਵਰਸਿਟੀ ਨੂੰ ਮੈਨੇਜ ਕੀਤਾ ਜਾਵੇ। ਤਾਂ ਫੰਡਿੰਗ ਜਿਹੜੀ ਸਟੂਡੈਂਟ ਦੀ ਫੀਸਾਂ ਵੱਲੋਂ ਹੈ ਉਹ ਪੋਲੀਟੀਕਲ ਲੀਡਰਸ਼ਿਪ ਦੀ ਇੰਟਰਵੈਂਸ਼ਨ ਕਰਕੇ ਨਹੀਂ ਹੋ ਸਕੀ, ਕਿਉਂਕਿ ਸਟੂਡੈਂਟਸ ਜਿਹੜੇ ਨੇ ਉਹ ਫੀਸ ਨਹੀਂ ਦੇ ਸਕਦੇ। ਤਾਂ ਪਰ ਜਿਹੜੀ ਲੋੜੀਂਦਾ ਫੰਡਾਂ ਦੀ ਪੂਰਤੀ ਕਰਨੀ ਸੀ, ਵਧਾਉਣੇ ਸੀਗੇ, ਉਹ ਨਹੀਂ ਕੀਤੇ। ਉਹ ਅੜਹਾਕ ਤਰੀਕੇ ਪਰ ਪਬਲਿਕ ਯੂਨੀਵਰਸਿਟੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਰਕਾਰ ਚਲਾਏਗੀ ਟੋਟਲੀ। ਕੀ ਪੰਜਾਬ ਨੇ ਏਦਾਂ ਦਾ ਫੈਸਲਾ ਕਿਉਂ ਲਿਆ? ਪੰਜਾਬ ਦੀ ਰਾਜਨੀਤੀ ਨੇ ਫੈਸਲੇ ਕਿਉਂ ਲਏ ਕਿ ਅਸੀਂ ਪੈਸਾ ਨਹੀਂ ਦੇਵਾਂਗੇ? ਯੂਨੀਵਰਸਿਟੀ ਬੱਚਿਆਂ ਤੋਂ ਗਰਾਏ ਪੈਸਾ ਫੀਸ ਦੇ ਰੂਪ ਦੇ ਵਿੱਚ, ਚਾਹੇ ਕਿੰਨਾ ਵੀ ਲੈਣਾ ਪਵੇ। ਇਹ ਫੈਸਲੇ ਕਿਉਂ ਆਏ ਸਰ? ਇਹ ਮੈਂ ਤੁਹਾਨੂੰ ਨਾ ਮਨਵੀਰ ਦੱਸਣਾ ਚਾਹੁੰਦਾ ਕਿ 1997 ਦੇ ਵਿੱਚ ਸਾਡੀ ਇੱਕ ਯੂਨੀਵਰਸਿਟੀ ਐਸਟੈਬਲਿਸ਼ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਆਪਣੇ PTU ਜਿਹੜੀ ਹੈ ਉਹਦੇ 'ਚ ਗੌਰਮੈਂਟ ਨੇ ਐਕਟ ਨਾ ਬਣਾਈ ਤੇ ਨਾਲ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ ਪੈਸੇ ਨਹੀਂ ਦੇਣੇ, ਸੈਲਫ ਫਾਈਨਾਂਸਡ ਹੋਏਗੀ। 97 'ਚ ਫੈਸਲਾ ਕੀਤਾ। 98 'ਚ ਬਾਬਾ ਫਰੀਦ ਯੂਨੀਵਰਸਿਟੀ ਬਣਾਈ, ਉਹ 'ਚ ਉਹਨਾਂ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਵੀ ਫੰਡ ਨਹੀਂ ਦੇਣੇ। ਫਿਰ ਡਾਕਟਰਾਂ ਨੇ ਐਜੀਟੇਸ਼ਨ ਕੀਤੀ ਕਿਉਂਕਿ ਜਿਹੜੇ ਮੈਡੀਕਲ ਕਾਲਜ ਨੇ ਉਹ ਟੇਕ ਓਵਰ ਕਰਨੇ ਸੀ ਯੂਨੀਵਰਸਿਟੀ ਨੇ, ਤੇ ਫਿਰ ਇਹ ਫੈਸਲਾ ਹੋਇਆ ਕਿ ਉਹਨਾਂ ਦੀ ਫੀ, ਉਹਨਾਂ ਦੀ ਤਨਖਾਹਾਂ ਵਗੈਰਾ ਜਿਹੜੀਆਂ ਨੇ ਫੰਡ ਨੇ ਉਹ ਸਟੇਟ ਗਵਰਨਮੈਂਟ ਦੇਵੇਗੀ ਤੇ ਯੂਨੀਵਰਸਿਟੀਆਂ ਜਿਹੜੀਆਂ ਨੇ ਐਗਜ਼ਾਮੀਨੇਸ਼ਨ ਬਾਡੀਜ਼ ਹੋਣਗੀਆਂ। ਸੋ ਇਹ ਜਿਹੜਾ ਇਹਦੇ ਨਾਲ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਹੈ ਉਹ ਫਿਰ 3-4 ਤੋਂ ਬਾਅਦ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਪੰਜਾਬ 'ਚ ਬਣਦੀ ਹੈ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਇਹ ਕਾਫੀ ਬਹਿਸ ਹੁੰਦੀ ਹੈ ਤੇ ਸਾਡੇ ਸਾਬਕਾ ਸਪੀਕਰ ਵੀਰ ਦਵਿੰਦਰ ਸਾਹਿਬ ਕਹਿੰਦੇ ਨੇ ਫਿਰ ਲੱਡੂ ਖਾ ਲਏ ਲੋਕਾਂ ਨੇ, ਇਲੈਕਟਡ MLAs ਨੇ, ਤਾਂ ਯੂਨੀਵਰਸਿਟੀ ਬਣਾਤੀ, ਤਾਂ ਯੂਨੀਵਰਸਿਟੀ ਕੰਪਲੀਟਲੀ ਸੈਲਫ ਫਾਈਨਾਂਸਡ ਹੋਈ। ਤਾਂ ਇਹ ਜਿਹੜਾ ਕੀਤਾ ਗਿਆ ਕਿ ਫੀਸ ਸਵਾਲ ਤੁਹਾਡੇ ਲਈ ਕਿਹੇ ਆ ਉਹਨੂੰ ਵੀ ਪਲੀਜ਼ ਤੁਸੀਂ ਨਾਲ ਲੈ ਕੇ ਆਉਣਾ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਇੱਕੋ ਦੌਰ ਦੇਖਿਆ 2 ਦਹਾਕੇ ਪਹਿਲਾਂ ਸ਼ੁਰੂ ਹੋ ਗਿਆ ਸੀ ਜੀ ਇਹ ਦੌਰ, ਜਦੋਂ ਖੁੰਭਾਂ ਵਾਂਗੂ ਜਗ੍ਹਾ ਜਗ੍ਹਾ ਤੇ ਪ੍ਰਾਈਵੇਟ ਇੰਸਟੀਟਿਊਸ਼ਨਸ, ਕਾਲਜ ਐਂਡ ਯੂਨੀਵਰਸਿਟੀਜ਼, ਪ੍ਰਾਈਵੇਟ ਯੂਨੀਵਰਸਿਟੀਜ਼ ਜਿਹੜੀਆਂ ਪੁੰਗਰੀਆਂ। ਇਹਦੇ ਨਾਲ ਹੋ ਸਕਦਾ ਐਜੂਕੇਸ਼ਨ ਦਾ ਵਿਕਾਸ ਹੋਇਆ ਹੋਵੇ, ਹੋ ਸਕਦਾ ਬਹੁਤ ਵੱਡਾ ਪ੍ਰਭਾਵ ਪਿਆ ਹੋਵੇ ਇਹਨਾਂ ਯੂਨੀਵਰਸਿਟੀਜ਼ ਦਾ, ਪਰ ਪ੍ਰਾਈਵੇਟ ਯੂਨੀਵਰਸਿਟੀਜ਼ ਆਉਣ ਦੇ ਨਾਲ ਸਾਡੀਆਂ ਸਰਕਾਰੀ ਇੰਸਟੀਟਿਊਸ਼ਨਸ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਅਦਾਰੇ ਜਿਹੜੇ ਅਕਾਦਮਿਕ ਨੇ, ਉਹਨਾਂ ਤੇ ਕੀ ਅਸਰ ਪਿਆ? ਇਹਨੂੰ ਵੀ ਪਲੀਜ਼ ਨਾਲ ਲੈਣਾ ਜੀ। ਉਹ ਇਸ ਤਰ੍ਹਾਂ ਹੈ ਕਿ ਜੇ ਪਬਲਿਕ ਯੂਨੀਵਰਸਿਟੀਆਂ ਦੀ ਫੀਸ ਜਿਹੜੀ ਹੈ ਬਹੁਤ ਥੋੜ੍ਹੀ ਰਹਿੰਦੀ ਹੈ ਤੇ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਫੀਸ ਬਹੁਤ ਜ਼ਿਆਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਖਰਚੇ ਸਾਰੇ ਸਟੂਡੈਂਟ ਤੋਂ ਕੱਢਣੇ ਨੇ। ਉਹਨਾਂ ਕੋਲ ਸਟੂਡੈਂਟ ਚੰਗੇ ਨਹੀਂ ਜਾਂਦੇ, ਤੇ ਜੇ ਉਹਨਾਂ ਕੋਲ ਸਟੂਡੈਂਟ ਤਾਂ ਜਾ ਸਕਦੇ ਨੇ ਜੇ ਪਬਲਿਕ ਯੂਨੀਵਰਸਿਟੀਆਂ ਦੀ ਫੀਸ ਵਧਾਈ ਜਾਵੇ। ਤੇ ਉਹ ਇੱਕ ਲਾਬੀ ਬਣ ਗਈ ਇਕੱਠੀ ਹੋ ਕੇ, ਉਹਨਾਂ ਨੇ ਗਵਰਨਮੈਂਟ 'ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਕਿ ਇਹ ਜਿਹੜੇ ਅਦਾਰੇ ਨੇ ਪਬਲਿਕ ਸੈਕਟਰ ਦੇ, ਇਹਨਾਂ 'ਚ ਫੀਸਾਂ ਵਧਾਈਆਂ ਜਾਣ। ਸੋ ਮੈਂ ਸਮਝਦਾ ਇੱਕ ਪ੍ਰੈਸ਼ਰ ਜਿਹੜਾ ਹੈ ਜਨਰੇਟ ਹੋ ਗਿਆ, ਇੱਕ ਬਾਡੀ ਜਨਰੇਟ ਹੋ ਗਈ, ਜਾਂ ਪੁਟੀਆ ਜਿਹਨੂੰ ਕਹਿੰਦੇ ਨੇ, ਉਹਨਾਂ ਵੱਲੋਂ ਕਿ ਜਿਹੜੀਆਂ ਪਬਲਿਕ ਯੂਨੀਵਰਸਿਟੀਆਂ ਦੀ ਵਿੱਚ ਫੀਸਾਂ ਬਹੁਤ ਲੋ ਹੋਣ ਕਰਕੇ ਐਡਿਕੁਏਟ ਨੰਬਰ ਆਫ ਸਟੂਡੈਂਟਸ ਉਹਨਾਂ ਵੱਲ ਨਹੀਂ ਆ ਰਹੇ, ਜਾਂ ਚੰਗੇ ਸਟੂਡੈਂਟ ਨਹੀਂ ਆ ਰਹੇ।
ਤੋ ਇਸ ਪ੍ਰੈਸ਼ਰ ਦੇ ਤਹਿਤ ਇੱਕ ਗਵਰਨਮੈਂਟ ਦੇ ਜਿਹੜੇ ਫਾਈਨਾਂਸਿਸ ਨੇ, ਤੁਹਾਨੂੰ ਯਾਦ ਹੋਣਾ ਕਿ ਕਾਫੀ ਐਪੀਸੋਡ ਤੁਸੀਂ ਵੀ ਕੀਤੇ, ਪਹਿਲਾਂ ਆਪਾਂ ਵੀ ਗੱਲ ਕੀਤੀ ਹੈ ਕਿ ਗਵਰਨਮੈਂਟ ਦੇ ਫਾਈਨਾਂਸਿਸ ਖਰਾਬ ਹੋ ਗਏ, ਖਾਸ ਕਰਕੇ 1997 ਤੋਂ ਬਾਅਦ। ਤੇ ਉਹਨਾਂ ਨੇ ਸੋਚਿਆ ਕਿ ਇੱਕ ਤਰੀਕਾ ਇਹ ਹੈ ਕਿ ਜਦੋਂ ਫ੍ਰੀ ਬਿਜਲੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਤੇ ਚੁੰਗੀਆਂ ਹਟਾਈਆਂ ਨੇ, ਤੇ ਉਹਨਾਂ ਨੇ ਸੋਚਿਆ ਕਿ ਫੰਡ ਜਿਹੜੇ ਐਜੂਕੇਸ਼ਨ 'ਚੋਂ ਕੱਟ ਕੀਤੇ ਜਾਣ। ਤੇ ਇਹ ਦੋ ਫੈਕਟਰ ਸੀਗੇ, ਇੱਕ ਪ੍ਰਾਈਵੇਟ ਯੂਨੀਵਰਸਿਟੀ ਦਾ ਪ੍ਰੈਸ਼ਰ, ਇੱਕ ਗਵਰਨਮੈਂਟ ਦੇ ਆਪਣੇ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਵੀਕ ਹੋਣ ਕਰਕੇ ਉਹਨਾਂ ਨੇ ਯੂਨੀਵਰਸਿਟੀਆਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਆਪ ਚਲਾਓ, ਅਸੀਂ ਤੁਹਾਨੂੰ ਪੂਰੀ ਫੰਡਿੰਗ ਨਹੀਂ ਕਰ ਸਕਦੇ। ਔਰ ਉਸ ਸਮੇਂ ਦੇ ਜਿਹੜੇ ਵਾਈਸ ਚਾਂਸਲਰ ਨੇ ਉਹ ਇਸ ਗੱਲ ਨੂੰ ਰਜਿਸਟ ਨਹੀਂ ਕਰ ਸਕੇ, ਔਰ ਦੂਜੇ ਪਾਸੇ ਉਹ ਫੀਸ ਵੀ ਨਹੀਂ ਵਧਾ ਸਕੇ, ਕਿਉਂਕਿ ਜਿਹੜੇ ਪਬਲਿਕ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਯੂਨੀਅਨਸ ਨੇ ਉਹਨਾਂ ਦੇ ਪ੍ਰੈਸ਼ਰ ਰਹੇ। ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇਹੋ ਜਿਹੇ ਯੂਨੀਅਨ ਨਾ ਹੋਣ ਕਰਕੇ ਉੱਥੇ ਫੀਸ ਲਗਾਤਾਰ ਵੱਧਦੀ ਰਹੀ, ਉਹ ਕਈ ਗੁਣਾ ਵੱਧਦੀ ਰਹੀ। ਔਰ ਇਸ ਕਰਕੇ ਪੰਜਾਬ ਦੀ ਸਰਕਾਰ ਹੈ ਉਹ ਫ੍ਰੀ ਦੇ ਵਿੱਚ ਬਿਜਲੀ ਦਿੰਦੀ ਹੈ। ਇਹ 21ਵੀਂ ਸਦੀ ਦੇ ਤੀਸਰੇ ਦਹਾਕੇ ਦੀ ਸਰਕਾਰ, ਨਵੀਂ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਉਹ ਫ੍ਰੀ ਚ ਬਿਜਲੀ ਦੇਣ ਦਾ ਇੱਕ ਵਾਅਦਾ ਹੈ। ਫ੍ਰੀ ਦੇ ਵਿੱਚ ਯੂਨੀਵਰਸਿਟੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਪਬਲਿਕ ਫੰਡ ਦੇ ਉੱਤੇ, ਫ੍ਰੀ ਤਾਂ ਖੈਰ ਕੁਝ ਵੀ ਨਹੀਂ ਹੈ, ਪੇ ਤਾਂ ਆਪਾਂ ਨੂੰ ਕਰਨਾ ਹੀ ਪੈ ਰਿਹਾ ਚਾਹੇ ਇਨਡਾਇਰੈਕਟਲੀ। ਇਹੋ ਜਿਹੇ ਵਾਅਦੇ ਕਿਉਂ ਨਹੀਂ ਆਉਂਦੇ? ਮੈਂ ਪੁੱਛਣਾ ਚਾਹ ਰਹੀ ਹਾਂ ਤੁਹਾਨੂੰ ਕਿ ਸਮੇਂ ਦੀਆਂ ਸਰਕਾਰਾਂ ਦਾ, ਖਾਸ ਤੌਰ ਤੇ ਪਿਛਲੇ ਆਪਾਂ ਕਹਿ ਲਈਏ ਕਿ ਜਦੋਂ ਦੀ 21ਵੀਂ ਸਦੀ ਸ਼ੁਰੂ ਹੋਈ ਹੈ, ਇਹਦੀਆਂ ਸਰਕਾਰਾਂ ਦਾ ਔਰ ਅੱਜ ਦੀ ਮੌਜੂਦਾ ਸਰਕਾਰ ਦਾ ਕੀ ਰੋਲ ਤੁਸੀਂ ਕਿਵੇਂ ਦੇਖਦੇ ਹੋ ਯੂਨੀਵਰਸਿਟੀਆਂ ਨੂੰ ਲੈ ਕੇ? ਦੇਖੋ, ਗੱਲ ਇਹ ਹੈ ਕਿ ਜਿਵੇਂ ਮੈਂ ਤਾਂ ਜ਼ਿਕਰ ਕੀਤਾ ਕਿ 97 ਦੇ ਵਿੱਚ ਗ੍ਰਾਂਟ ਦੀ ਕੱਟ ਸ਼ੁਰੂ ਹੋਈ ਔਰ 5 ਸਾਲ ਚੱਲਦੀ ਰਹੀ, ਤੇ ਯੂਨੀਵਰਸਿਟੀਆਂ ਦੇ ਜਿਹੜੀ ਪਬਲਿਕ ਯੂਨੀਵਰਸਿਟੀਆਂ ਨੇ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਹਨਾਂ ਦੀਆਂ ਗ੍ਰਾਂਟਾਂ 50% ਕੱਟ ਦਿੱਤੀਆਂ ਗਈਆਂ। ਇਸੇ ਤਰ੍ਹਾਂ ਜਿਹੜੇ ਏਡਡ ਕਾਲਜ ਨੇ ਉਹਨਾਂ ਦੀਆਂ ਗ੍ਰਾਂਟਾਂ ਵੀ 50% ਕੱਟ ਦਿੱਤੀਆਂ ਗਈਆਂ। ਤੇ ਇਹ ਜਿਹੜੀ ਸੋਚ ਸੀਗੀ ਇਹ ਲਗਾਤਾਰ ਚੱਲਦੀ ਰਹੀ, ਔਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਜਿਹਨੇ ਇਹ ਜ਼ਰੂਰ ਕਿਹਾ ਕਿ ਹੈਲਥ ਤੇ ਐਜੂਕੇਸ਼ਨ ਸਾਡੀ ਪ੍ਰਾਥਮਿਕਤਾ ਹੈ, ਸਾਡੀ ਪ੍ਰਾਇੋਰਟੀ ਹੈ। ਲੇਕਿਨ ਫੰਡਿੰਗ ਦੇ ਮਾਮਲੇ ਦੇ ਵਿੱਚ ਇੰਜ ਲੱਗਦਾ ਕਿ ਉਹੀ ਪੁਰਾਣੀ ਜਿਹੜੀ ਸੋਚ ਹੈ ਉਹਦੇ ਉੱਤੇ ਹੀ ਫੁੱਲ ਚੜਾ ਰਹੇ ਨੇ। ਅਦਰਵਾਈਜ਼ ਇਹ ਨਹੀਂ, ਇਹ ਬੜਾ ਸਟ੍ਰੇਂਜ ਲੱਗਦਾ ਹੈ ਕਿ ਮੌਜੂਦਾ ਮੁੱਖ ਮੰਤਰੀ, ਮੌਜੂਦਾ ਫਾਈਨਾਂਸ ਮਿਨਿਸਟਰ ਜਿਹੜੇ ਨੇ, ਉਹ ਪੰਜਾਬੀ ਯੂਨੀਵਰਸਿਟੀ ਦੇ ਮੰਚ ਵਿੱਚ ਆਣ ਕੇ ਕਹਿੰਦੇ ਨੇ ਕਿ ਅਸੀਂ ਯੂਨੀਵਰਸਿਟੀ ਨੂੰ ਕਰਜ਼ੇ ਵਿੱਚੋਂ ਮੁਕਤ ਕਰਾਂਗੇ, ਇਹਦੀ ਗ੍ਰਾਂਟ ਵਧਾਵਾਂਗੇ, ਲੇਕਿਨ ਜਦੋਂ ਬਜਟ ਬਣਾਉਂਦੇ ਨੇ ਤਾਂ ਉਹ ਇਹਦੇ ਉਲਟ ਫੈਸਲਾ ਲੈਂਦੇ ਨੇ। ਨਾ ਤਾਂ ਉਹ ਕਰਜ਼ਾ ਮੁਕਤ ਕਰਨ ਵਾਲੀ ਗੱਲ ਕਰਦੇ ਨੇ, ਤੇ ਨਾ ਹੀ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣ ਦੀ ਬਜਾਏ ਇਸ ਸਾਰੇ ਬਜਟ ਦੇ ਵਿੱਚ ਪਿਛਲੇ ਸਾਲ 200 ਕਰੋੜ ਰੁਪਇਆ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਸੀਗਾ, ਇਸ ਵਾਰੀ ਘਟਾ ਕੇ 164 ਕਰੋੜ ਰੁਪਏ ਕਰਤੇ ਆ। ਔਰ ਇਸ ਪੀਰੀਅਡ ਦੇ ਵਿੱਚ ਮਨਵੀਰ ਇੱਕ ਦੋ ਗੱਲਾਂ ਹੋਰ ਹੋ ਗਈਆਂ ਨੇ। ਇੱਕ ਗੱਲ ਤੇ ਇਹ ਹੋ ਗਈ ਆ ਕਿ ਇਸ ਪੀਰੀਅਡ ਦੇ ਵਿੱਚ ਮੌਜੂਦਾ ਗਵਰਨਮੈਂਟ ਨੇ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰਾਂ ਦੇ ਤੇ EMPLOYEE ਦੇ ਗ੍ਰੇਡ ਰਿਵਾਈਜ਼ ਕਰਤੇ ਨੇ, ਤੇ ਉਹਦੇ ਨਾਲ ਗ੍ਰੇਡ ਰਿਵਾਈਜ਼ ਕਰਨ ਦੇ ਨਾਲ ਸੈਲਰੀਜ਼ ਕਾਫੀ ਵੱਧ ਗਈਆਂ ਨੇ, ਤੇ ਇਹਦੇ ਨਾਲ ਯੂਨੀਵਰਸਿਟੀ ਦਾ ਜਿਹੜਾ ਬਜਟ ਹੈ, ਫਾਈਨਾਂਸ ਡੈਫੀਸਿਟ ਹੈ, ਘਾਟਾ ਹੈ, ਹੋਰ ਵੱਧ ਗਿਆ ਹੈਗਾ। ਦੂਜਾ ਨਾਲ ਇਹ ਫੈਸਲਾ ਕਰਤਾ ਇਹਨਾਂ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਆ ਤੇ ਨਵੀਂ ਪੈਨਸ਼ਨ ਸਕੀਮ ਬੰਦ ਕਰ ਦੇਣੀ ਆ, ਨਵੀਂ ਪੈਨਸ਼ਨ ਦੀ ਜਗ੍ਹਾ ਨਵੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਆ, ਉਹਦਾ ਵੀ ਬਰਡਨ ਵਧਣਾ ਹੈ। ਤੋ ਇਸ ਕਰਕੇ ਯੂਨੀਵਰਸਿਟੀਆਂ ਦੇ ਖਰਚੇ ਤਾਂ ਵੱਧ ਗਏ ਲੇਕਿਨ ਫੰਡਿੰਗ ਘਟਾਤੀ। ਤੋ ਇਹਦੇ ਨਾਲ ਲੱਗਦਾ ਹੈ ਕਿ ਇਹ ਵੀ ਉਸ ਫਿਲਾਸਫੀ ਤੇ ਚੱਲ ਰਹੇ ਨੇ ਕਿ ਯੂਨੀਵਰਸਿਟੀਆਂ ਜਿਹੜੀਆਂ ਨੇ ਆਪਣੇ ਸਾਧਨ ਆਪ ਜਟਾਉਣ, ਔਰ ਇਹ ਕੰਪੈਰੀਜ਼ਨ ਜਿਹੜਾ ਕਰਦੇ ਨੇ ਕਿ PTU ਦਾ ਜਾਂ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਦਾ ਜਾਂ ਬਾਬਾ ਫਰੀਦ ਯੂਨੀਵਰਸਿਟੀ ਦਾ, ਉਹ ਪੰਜਾਬੀ ਯੂਨੀਵਰਸਿਟੀ ਨਾਲ ਜਾਂ ਕਿਸੇ ਹੋਰ ਯੂਨੀਵਰਸਿਟੀ ਨਾਲ ਕੰਪੈਰੀਜ਼ਨ ਕਰਨਾ ਠੀਕ ਨਹੀਂ ਹੈ। ਉਹਦੇ ਵੈਲਿਡ ਕਾਰਨ ਹੈਗੇ ਆ, ਕਿਉਂਕਿ ਬਾਕੀ ਯੂਨੀਵਰਸਿਟੀਆਂ ਨੂੰ ਕੇਂਦਰ ਤੋਂ ਵੀ ਕਈਆਂ ਨੂੰ ਗ੍ਰਾਂਟ ਮਿਲਦੀ ਆ ਪੰਜਾਬ ਦੇ ਵਿੱਚ। ਸਰ, ਮੈਂ ਤੁਹਾਡੇ ਤੋਂ ਅਗਲੇ ਵਾਲੇ ਸੈਕਸ਼ਨ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਸੰਕਟ ਦੀ ਹੀ ਗੱਲ ਉੱਥੇ ਹੀ ਕੇਂਦਰਿਤ ਰੱਖਾਂਗੀ, ਪਰ ਮੈਨੂੰ ਹਜੇ ਵੀ ਇੱਕ ਸਵਾਲ ਦਾ ਜਵਾਬ ਚੰਗੀ ਤਰ੍ਹਾਂ ਮਿਲਿਆ ਨਹੀਂ ਹੈਗਾ। ਉਹ ਹੈ ਕਿ ਮਿਲੀਟੈਂਸੀ ਦਾ ਐਡਾ ਭਿਆਨਕ, ਇੰਨਾ ਖਤਰਨਾਕ ਦੌਰ ਵੇਖਿਆ ਜਿਹਦੇ ਵਿੱਚ ਬੜੇ ਛੋਟੇ ਮੁੰਡੇ ਹਥਿਆਰਬੰਦ ਹੋ ਕੇ ਇੱਕ ਲਹਿਰ ਦੇ ਵਿੱਚ ਤੁਰ ਪਏ, ਜਿਸ ਲਹਿਰ ਦੇ ਵਿੱਚੋਂ ਅਲਟੀਮੇਟਲੀ ਪਤਾ ਸੀ ਕੁਝ ਵੀ ਨਹੀਂ ਨਿਕਲੇਗਾ। ਉਹਦੇ ਬਾਵਜੂਦ ਵੀ 1997 ਵਾਲੀ ਸਰਕਾਰ, ਉਹੀ ਸਰਕਾਰ ਆਉਂਦੀ ਹੈ ਜੀ ਅਕਾਲੀ ਦਲ ਦੀ, ਐਜੂਕੇਸ਼ਨ ਦੇ ਉੱਤੇ ਨਵੇਂ ਇੰਸਟੀਚਿਊਸ਼ਨ ਕਾਇਮ ਕਰਨ ਤੇ ਔਰ ਪੁਰਾਣੀਆਂ ਯੂਨੀਵਰਸਿਟੀਆਂ ਨੂੰ ਵੱਡੇ ਲੈਵਲ ਤੇ ਇੱਕ ਹੋਰ ਉਹਦੇ ਜ਼ਿਆਦਾ ਕੈਂਪਸ ਖੋਲਣੇ ਔਰ ਜ਼ਿਆਦਾ ਫੰਡਿੰਗ ਦੇ ਕੇ ਉਸ ਸੋਚ ਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਵਧੀਆ ਦਿਸ਼ਾ ਦੇ ਵਿੱਚ ਲੈ ਕੇ ਜਾਣਾ
ਕਿ ਕਿਤੇ ਦੁਬਾਰਾ ਕੱਲ੍ਹ ਨੂੰ ਸਾਡਾ ਯੂਥ ਐਵੇਂ ਦੀ ਗਲਤੀ ਨਾ ਕਰੇ? ਉਹ ਵਾਲਾ ਕੰਮ ਕਿਉਂ ਨਹੀਂ ਹੋਇਆ? ਸਰਕਾਰਾਂ ਦੀ ਸੋਚ ਕੀ ਸੀ? ਇਹ ਤੁਸੀਂ ਇਸ ਪੀਰੀਅਡ ਦੀ ਜਿਹੜੀ ਇਸ ਗੱਲ ਨੂੰ ਸਮਝਣ ਵਾਸਤੇ ਜਿਹੜੀ ਸਾਡੀ ਲੀਡਰਸ਼ਿਪ ਹੈ, ਸਿਆਸੀ ਲੀਡਰਸ਼ਿਪ ਹੈ, ਉਹਦੇ ਖਾਸੇ ਨੂੰ ਸਮਝਣ ਦੀ ਲੋੜ ਹੈ। ਜੇ ਤੁਸੀਂ ਅਰਲੀ ਪੀਰੀਅਡ ਦੀ ਗੱਲ ਕਰੋ ਤੇ ਕੋਈ ਵੀ ਸਿਆਸਤਦਾਨ, ਕੋਈ ਵੀ ਐਮਐਲਏ, ਕੋਈ ਵੀ ਮੰਤਰੀ ਜੋ ਹੈ ਉਹ ਬਿਜ਼ਨਸ ਨਹੀਂ ਸੀ ਕਰਦਾ। ਲੇਕਿਨ ਜੇ ਤੁਸੀਂ ਪੋਸਟ ਮਿਲੀਟੈਂਸ ਪੀਰੀਅਡ ਦੀ ਗੱਲ ਕਰੋ ਤੇ ਉਸ ਪੀਰੀਅਡ ਦੇ ਵਿੱਚ ਦੇਖਦੇ ਜੇ ਕਿ ਕੋਈ ਐਸਾ ਸਿਆਸਤਦਾਨ ਹੋਏਗਾ ਜਿਹੜਾ ਬਿਜ਼ਨਸ ਨਹੀਂ ਨਾਲ ਕਰ ਰਿਹਾ। ਸੋ ਬਿਜ਼ਨਸ ਤੇ ਸਿਆਸਤ ਜਦੋਂ ਰਲ ਜਾਂਦੀ ਹੈ ਤਾਂ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਸੋਚ ਜਿਹੜੀ ਹੈ ਪਬਲਿਕ ਸਰਵਿਸ ਦੀ ਬਜਾਏ ਪ੍ਰੋਫਿਟ ਜਿਹੜਾ ਮੁਨਾਫੇ ਵੱਲ ਨੂੰ ਚਲੇ ਜਾਂਦੀ ਹੈ। ਹੁਣ ਮੇਰੇ ਕੋਲ ਇਸ ਗੱਲ ਦੇ ਸਬੂਤ ਤਾਂ ਨਹੀਂ ਹਨ, ਲੇਕਿਨ ਇੰਡੀਕੇਸ਼ਨਾਂ ਹੈਗੀਆਂ ਨੇ ਕਿ ਇਹ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ, ਯੂਨੀਵਰਸਿਟੀਆਂ ਨੇ ਜਾਂ ਪ੍ਰਾਈਵੇਟ ਕਾਲਜਸ ਨੇ, ਇਹ ਕਾਫੀ ਸਿਆਸੀ ਬੰਦਿਆਂ ਦੇ ਖੋਲੇ ਹੋਏ ਨੇ ਜਾਂ ਉਹਨਾਂ ਦੇ ਲੁਕਵੇਂ ਰੂਪ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਹੈ। ਤਾਂ ਪ੍ਰਾਈਵੇਟ ਅਦਾਰੇ ਤਾਂ ਹੀ ਚੱਲਣਗੇ ਜੇ ਪਬਲਿਕ ਅਦਾਰੇ ਫੇਲ ਹੋਣਗੇ ਤਾਂ। ਸੋ ਇਹ ਇੱਕ ਬੜਾ ਰਹੱਸ ਵਾਲਾ ਸਵਾਲ ਹੈ ਜਿਹਦਾ ਆਨਸਰ ਇਸੇ ਰੂਪ 'ਚ ਦਿੱਤਾ ਜਾ ਸਕਦਾ ਹੈ ਕਿ ਜੇ ਸਾਡੇ ਸਿਆਸਤਦਾਨ ਜਿਹੜੇ ਨੇ ਉਹਨਾਂ ਨੇ ਐਸੇ ਅਦਾਰੇ ਕਾਇਮ ਕਰ ਲਏ ਜਿਹੜੇ ਪਬਲਿਕ ਯੂਨੀਵਰਸਿਟੀਆਂ ਨਾਲ ਕੰਪੀਟ ਕਰ ਰਹੇ ਨੇ, ਤਾਂ ਫਿਰ ਪਬਲਿਕ ਅਦਾਰਿਆਂ ਨੂੰ ਫੇਲ ਹੋਣ ਤੇ ਹੀ ਉਹਨਾਂ ਦੀ ਕਾਮਯਾਬੀ ਹੋ ਸਕਦੀ ਹੈ। ਸੋ ਇਸ ਸਮੇਂ ਤੇ ਤੁਸੀਂ ਦੇਖਿਆ ਹੋਣਾ ਆਪ ਪਾਰਟੀ ਦੀ ਸਰਕਾਰ ਵਾਲਿਆਂ ਨੇ ਤਾਂ ਇੱਕ ਪਬਲਿਕ ਯੂਨੀਵਰਸਿਟੀ ਦੇ ਚਾਂਸਲਰ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਹੈ। ਸੋ ਇਹ ਸਮਝਣ ਵਾਲੀ ਗੱਲ ਹੈ। ਪ੍ਰਾਈਵੇਟ ਯੂਨੀਵਰਸਿਟੀ ਦੇ ਚਾਂਸਲਰ ਨੂੰ? ਯੈਸ ਹੀ ਇਜ਼ ਅ ਮੈਂਬਰ ਪਾਰਲੀਮੈਂਟ ਨਾਓ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਜੀ। ਸੋ ਇਸ ਕਰਕੇ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਇਹ ਜਿਹੜੀ ਸੋਚ ਬਦਲੀ ਹੈ ਸਾਡੇ ਸਿਆਸਤਦਾਨਾਂ ਦੀ ਕਿ ਜਿਹੜੀ ਸਿਆਸਤ ਹੈ ਉਹ ਲੋਕਾਂ ਦੀ ਸਰਵਿਸ ਸੇਵਾ ਵਾਸਤੇ ਹੈ ਤੇ ਇਹਨੂੰ ਬਦਲ ਕੇ ਇਹ ਸਿਆਸਤ ਨੂੰ ਆਪਣੇ ਮੁਨਾਫੇ ਵਾਸਤੇ ਕੰਮ ਕਰਨਾ, ਆਪਣੇ ਹਿੱਤਾਂ ਵਾਸਤੇ ਕੰਮ ਕਰਨਾ। ਮਸਲਨ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਪਹਿਲਾਂ ਹੁੰਦਾ ਸੀਗਾ ਕਿ ਕੋਈ ਜਿਹੜਾ ਮੰਤਰੀ ਹੈ ਜੇ ਉਹਦਾ ਕਿਸੇ ਬਿਜ਼ਨਸ ਵਿੱਚ ਦੂਰ ਦਰਾਡੇ ਦਾ ਰਿਸ਼ਤਾ ਹੈ ਤਾਂ ਉਹ ਮਹਿਕਮਾ ਨਹੀਂ ਸੀ ਲੈਂਦਾ। ਫਾਰ ਐਗਜ਼ਾਮਪਲ ਜੇ ਤੁਸੀਂ ਟਰਾਂਸਪੋਰਟ ਚਲਾਉਂਦੇ ਜੇ ਜਾਂ ਤੁਹਾਡੇ ਪਰਿਵਾਰ ਵੱਲੋਂ ਟਰਾਂਸਪੋਰਟ ਚਲਾਈ ਜਾਂਦੀ ਹੈ ਤਾਂ ਤੁਸੀਂ ਟਰਾਂਸਪੋਰਟ ਮੰਤਰੀ ਨਹੀਂ ਬਣੋਗੇ। ਇਹਨੂੰ ਕਹਿੰਦੇ ਕਲੈਸ਼ ਆਫ ਇੰਟਰਸਟ। ਠੀਕ ਹੈ। ਹੁਣ ਅਸੀਂ ਦੇਖਿਆ ਕਿ ਟਰਾਂਸਪੋਰਟ ਮੰਤਰੀ ਉਹ ਬਣਦੇ ਨੇ ਜਿਹੜੇ ਟਰਾਂਸਪੋਰਟਾਂ ਚਲਾਉਂਦੇ ਨੇ। ਇਸੇ ਕਰਕੇ ਉਹਨਾਂ ਨੇ ਇਹ ਕੀਤਾ ਕਿ ਏਅਰਪੋਰਟ ਤੱਕ ਪ੍ਰਾਈਵੇਟ ਬੱਸਾਂ ਜਾਣਗੀਆਂ ਤੇ ਪਬਲਿਕ ਸੈਕਟਰ ਦੀਆਂ ਬੱਸਾਂ ਬੰਦ ਹੋਣਗੀਆਂ, ਉਹ ਨਹੀਂ ਜਾਣਗੀਆਂ। ਤਾਂ ਪ੍ਰਾਈਵੇਟ ਬਿਜ਼ਨਸ ਦਾ ਟਰਾਂਸਪੋਰਟ ਦਾ ਫੈਲ ਗਿਆ, ਲੇਕਿਨ ਜਿਹੜੀਆਂ ਪਬਲਿਕ ਸੈਕਟਰ ਦੀ ਟਰਾਂਸਪੋਰਟ ਸੀ ਉਹਦਾ ਭੱਠਾ ਬਹਿ ਗਿਆ। ਸੋ ਇਸੇ ਤਰ੍ਹਾਂ ਜਿਹੜੇ ਪ੍ਰਾਈਮ ਟਾਈਮ ਨੇ ਜਾਂ ਉਹਨਾਂ ਦੀ ਪਾਲਿਸੀ ਹੈ ਉਸ ਤਰ੍ਹਾਂ ਓਰੀਐਂਟ ਕਰ ਲਈ। ਸੋ ਕਲੈਸ਼ ਆਫ ਇੰਟਰਸਟ ਵਾਲਾ ਜਿਹੜਾ ਕਨਸੈਪਟ ਸੀਗਾ ਉਹਨੂੰ ਪਾਸੇ ਰੱਖ ਕੇ ਆਪਣੇ ਪ੍ਰਾਈਵੇਟ ਮਫਾਦ ਜਿਹੜੇ ਨੇ ਪੂਰੇ ਕਰਨ ਵੱਲ ਚੱਲ ਪਏ ਨੇ। ਸੋ ਵਿਦਿਆ ਦੇ ਸੈਕਟਰ 'ਚ ਵੀ ਲਗਭਗ ਇਹੀ ਹੋਇਆ। ਮੇਰੇ ਕਾਲਜ 'ਚ ਨੇ ਇੱਕ ਦੋ ਸਿਆਸਤਦਾਨਾਂ ਦੇ ਜਿਹੜੇ ਕਾਲਜ ਚਲਾਏ ਸੀਗੇ ਉਹ ਮੇਰੇ ਧਿਆਨ ਵਿੱਚ ਨੇ ਕਿ ਜਿਵੇਂ ਲਹਿਰਾ ਗਾਗਾ ਇੱਕ ਕਾਲਜ ਸੀਗਾ, ਉਹ ਇੱਕ ਸਿਆਸਤਦਾਨ ਦੇ ਭਤੀਜੇ ਨੇ ਚਲਾਇਆ ਸੀਗਾ। ਪਟਿਆਲੇ ਕੋਲ ਕਾਲਜ ਸੀਗਾ, ਇੱਕ ਐਕਸ ਮੰਤਰੀ ਅਕਾਲੀ ਸੀਗਾ, ਉਹਦੇ ਬੇਟੇ ਨੇ ਚਲਾਇਆ ਸੀਗਾ। ਇਸ ਤਰ੍ਹਾਂ ਦੇ ਤਮਾਮ ਤੁਹਾਨੂੰ ਐਗਜ਼ਾਮਪਲ ਮਿਲ ਜਾਣਗੇ ਕਿ ਜਿਹੜੇ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਸਿਆਸਤਦਾਨਾਂ ਵੱਲੋਂ ਜਾਂ ਉਹਨਾਂ ਦੀ ਪੈਟਰੋਨੇਜ 'ਚ ਚੱਲ ਰਹੇ ਨੇ। ਸੋ ਇਸ ਕਰਕੇ ਜਿਹੜਾ ਤੁਸੀਂ ਆਨਸਰ ਚਾਹੁੰਦੇ ਜੇ ਉਹ ਇਹ ਹੈ ਕਿ ਇੱਕ ਪਾਲਿਸੀ ਜਿਹੜੀ ਹੈ, ਡਿਲੀਬਰੇਟ ਪਾਲਿਸੀ ਜਿਹੜੀ ਹੈ ਕਿ ਪਬਲਿਕ ਸੈਕਟਰ ਦੀਆਂ ਯੂਨੀਵਰਸਿਟੀਆਂ ਨੂੰ, ਪਬਲਿਕ ਸੈਕਟਰ ਦੇ ਕਾਲਜਾਂ ਨੂੰ ਔਰ ਏਡਡ ਕਾਲਜਸ ਨੂੰ ਵੱਲੋਂ ਸਪੋਰਟ ਵਿਡਰਾ ਕੀਤੀ ਜਾਵੇ ਤਾਂ ਕਿ ਪ੍ਰਾਈਵੇਟ ਅਦਾਰੇ ਜਿਹੜੇ ਨੇ ਉਹਨਾਂ ਦਾ ਬਿਜ਼ਨਸ ਜਿਹੜਾ ਅੱਗੇ ਵਧੇ ਔਰ ਪ੍ਰਫੁੱਲਤ ਹੋਵੇ। ਔਰ ਇਹ ਜਿਹੜਾ ਸਿਧਾਂਤ ਹੈ ਇਹਦੇ ਪਿੱਛੇ ਗੱਲ ਇਹ ਕੰਮ ਕਰਦਾ ਹੈ ਕਿ ਜਿਹੜੀ ਯੂਨੀਵਰਸਿਟੀ ਦੇ ਖਰਚੇ ਨੇ ਜਾਂ ਵਿਦਿਅਕ ਅਦਾਰਿਆਂ ਦੇ ਖਰਚੇ ਜਿਹਨੇ ਉਸ ਵਿਦਿਆਰਥੀਆਂ ਤੋਂ ਪੂਰੇ ਕੀਤੇ ਜਾਣ। ਔਰ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਇਹ ਆ ਕਿ ਜਿਹੜੇ ਪ੍ਰਾਈਵੇਟ ਸੈਕਟਰ ਦੇ ਅਦਾਰੇ ਨੇ ਉੱਥੇ ਕਿਤੇ ਵੀ ਸਟੂਡੈਂਟ ਯੂਨੀਅਨ ਨਹੀਂ ਹੈ। ਸਿਰਫ ਪਬਲਿਕ ਸੈਕਟਰ ਦੇ ਅਦਾਰਿਆਂ 'ਚ ਕਿਉਂ ਕਿੱਥੇ ਅਟਾਨਮੀ ਆ। ਪ੍ਰਾਈਵੇਟ ਸੈਕਟਰਾਂ ਦੇ ਵਿੱਚ ਮੈਨੇਜਰ ਜਿਹੜੇ ਨੇ ਵਿੱਚ ਬੈਠੇ ਨੇ ਉਹ ਸਟੂਡੈਂਟ ਯੂਨੀਅਨ ਬਣ ਨਹੀਂ ਦਿੰਦੇ। ਜੇ ਕੋਈ ਵਿਦਿਆਰਥੀ ਕੋਸ਼ਿਸ਼ ਕਰਦਾ ਉਹਨੂੰ ਕੱਢ ਦਿੰਦੇ ਨੇ ਬਾਹਰ। ਪਬਲਿਕ ਸੈਕਟਰ ਦੀਆਂ ਯੂਨੀਵਰਸਿਟੀ ਅਟਾਨਮੀ ਆ, ਜਿਹੜਾ ਤੁਸੀਂ ਆਪਾਂ ਪਹਿਲੀ ਗੱਲ ਕੀਤੀ ਹੈ ਕਿ ਆਈਡੀਅਲ ਨੇ, ਆਈਡੀਅਲ ਦੇ ਨੇੜੇ ਵੱਲ ਨੇ ਤੇ ਉੱਥੇ ਯੂਨੀਅਨਾਂ ਬਣਦੀਆਂ ਨੇ ਤੇ ਉੱਥੇ ਫੀਸਾਂ ਨਹੀਂ ਵੱਧਦੀਆਂ। ਇਸ ਕਰਕੇ ਇਹ ਕਲੈਸ਼ ਜਿਹੜਾ ਕਲੈਸ਼ ਆਫ ਇੰਟਰਸਟ ਹੈ ਪਬਲਿਕ ਸੈਕਟਰ ਦਾ, ਪ੍ਰਾਈਵੇਟ ਸੈਕਟਰ ਦਾ, ਇਹਨੂੰ ਸਾਡੀ ਸਿਆਸਤ ਨੇ ਰਿਪਰੈਜ਼ੈਂਟ ਕੀਤਾ ਹੈ। ਤਾਂ ਇਹ ਮੈਂ ਸਮਝਦਾ ਕਿ ਸਿਆਸੀ ਬੰਦਿਆਂ ਨੇ ਜਾਣਬੁੱਝ ਕੇ ਇੱਕ ਨੀਤੀ ਦੇ ਤਹਿਤ
ਯੂਨੀਵਰਸਿਟੀਆਂ ਦੀ ਫੰਡਿੰਗ ਕੱਟ ਕੀਤੀ ਔਰ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨ ਦੀ ਜਿਹੜੀ ਗੱਲ ਹੈ ਲਗਾਤਾਰ ਕੀਤੀ ਹੈ। ਮੈਂ ਹੁਣ ਤੁਹਾਡੇ ਤੋਂ ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੀ ਮਸਲਾ ਸਮਝਣਾ ਚਾਹਾਂਗੀ ਕਿ what exactly is going on ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਯੂਨੀਵਰਸਿਟੀ ਸੰਘਰਸ਼ ਕਰ ਰਹੀ ਹੈ ਔਰ ਅੱਜ ਵੀ ਉੱਥੇ ਮੋਰਚਾ ਜਿਹੜਾ ਉਹ ਲੱਗਾ ਹੋਇਆ ਸਰ। ਮਨਵੀਰ, ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਫੀ ਅਹੁਦਿਆਂ ਤੇ ਕੰਮ ਕੀਤਾ ਹੈ, ਜਿਹਦੇ 'ਚ ਡੀਨ ਰਿਸਰਚ ਹੈ, ਡੀਨ ਐਕੈਡੈਮਿਕ ਅਫੇਅਰ ਹੈ, ਡੀਨ ਸੋਸ਼ਲ ਸਾਇੰਸਿਸ ਹੈ, ਹੈਡ ਆਫ ਇਕਨੋਮਿਕਸ ਡਿਪਾਰਟਮੈਂਟ ਹੈ। तो मैं काफ़ी क्लोजली यूनिवर्सिटी के नाल एडमिनिस्ट्रेशन नाल एसोसीएटेड रहा 2010 तक। 2010 तक जिहड़ी यूनिवर्सिटी की एक्सपेंशन है, खास करके 2002 तो लैके 7-8 तक, जिस च इंजीनियरिंग कॉलेज बनते हैं और इंजीनियरिंग कॉलेज जिहड़े ने करजा लैके बनाए जाते हैं। इस सोच के तहत बनाए जाते हैं कि इन्हां तो फीसां जिहड़ियां ने प्राइवेट सैक्टर के मुकाबले च रख के असीं काफ़ी यूनिवर्सिटी की जिहड़ी वित्ती हालत है वो ठीक कर सकते हैं ਤੇ ਵਿਦਿਆਰਥੀਆਂ ਤੋਂ ਫੀਸਾਂ ਜਿਹੜੀਆਂ ਦੂਜੇ ਵਿਦਿਆਰਥੀਆਂ ਨੂੰ ਤਾਂ ਨਾ ਉਗਰਾਈਆਂ ਜਾਣ। ਸੋ ਇਹ ਕੰਮ ਜਿਹੜਾ ਹੈ 2010 ਤੱਕ ਚੰਗਾ ਚੱਲਦਾ ਹੈ। ਉਹਨਾਂ ਕਾਲਜਾਂ 'ਚ ਸੀਟਾਂ ਵੀ ਭਰਦੀਆਂ ਨੇ, ਐਡਮਿਸ਼ਨ ਵੀ ਹੁੰਦੀ ਹੈ ਤੇ ਕਰਜ਼ਾ ਵੀ ਮੋੜਿਆ ਜਾਂਦਾ ਹੈ। ਐਸਕਰੋ ਅਕਾਊਂਟ ਹੁੰਦਾ ਹੈ ਜਿਹਦੇ 'ਚ ਪਹਿਲੇ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਉਹ ਬੈਂਕ ਨੂੰ ਮੋੜਨੇ ਹੁੰਦੇ ਨੇ, ਤੇ ਚੱਲਦਾ ਰਿਹਾ। ਲੇਕਿਨ ਇਹ ਜਿਹੜਾ ਵਰਤਾਰਾ ਚੱਲਿਆ 2010, 11, 12 ਤੋਂ ਬਾਅਦ ਦਾ ਵਰਤਾਰਾ ਚੱਲਿਆ, ਜਿਸ 'ਚ ਕਾਫੀ ਸਾਡੇ ਸਟੂਡੈਂਟ ਜਿਹੜੇ ਨੇ ਵਿਦੇਸ਼ਾਂ 'ਚ ਜਾਣ ਲੱਗ ਗਏ +2 ਕਰਕੇ, ਤਾਂ ਐਡਮਿਸ਼ਨ ਜਿਹੜੀ ਹੈ ਇੰਜੀਨੀਅਰਿੰਗ ਕਾਲਜਸ ਦੀ ਫਾਲ ਕਰਨ ਲੱਗ ਗਈ। ਤਾਂ ਜਦੋਂ ਐਡਮਿਸ਼ਨ ਫਾਲ ਕਰਦੀ ਹੈ ਤਾਂ ਫੀਸਾਂ ਦੀ ਕਲੈਕਸ਼ਨ ਜਿਹੜੀ ਆ ਫਾਲ ਕਰ ਗਈ ਤੇ ਦੂਜੀਆਂ ਫੀਸਾਂ ਵਧਾ ਨਹੀਂ ਸਕਦੇ ਤੇ ਯੂਨੀਵਰਸਿਟੀਆਂ ਜਿਹੜੀਆਂ ਨੇ ਸੰਕਟ ਦੇ ਦੌਰ ਵਿੱਚ ਚਲੇ ਗਈਆਂ। ਸੋ ਇਹ ਜਿਹੜਾ 2010 ਤੋਂ ਬਾਅਦ ਦਾ ਪੀਰੀਅਡ ਹੈ, ਖਾਸ ਕਰਕੇ 6 ਸਾਲ ਪਹਿਲਾਂ ਤੱਕ, ਜਿਹਨੂੰ ਆਪਾਂ ਕਹਿ ਸਕਦੇ ਹਾਂ 17 ਤੱਕ ਦਾ ਪੀਰੀਅਡ ਹੈ, 10 ਤੋਂ 17 ਤੱਕ ਦਾ ਪੀਰੀਅਡ ਹੈ, ਉਸ ਪੀਰੀਅਡ ਦੇ ਵਿੱਚ ਹੀ ਕਰਜ਼ਾ ਯੂਨੀਵਰਸਿਟੀ ਦੇ ਸਿਰ ਚੜਿਆ, ਓਵਰਡਰਾਫਟ ਜਿਹਨੂੰ ਕਹਿੰਦੇ ਆ। 150 ਕਰੋੜ ਦਾ ਜਿਹੜਾ ਕਰਜ਼ਾ ਹੈਗਾ ਉਹ 2010 ਤੋਂ ਬਾਅਦ 17 ਤੱਕ ਜਿਹੜਾ ਹੈ ਉਹ ਚੜ੍ਹਦਾ ਹੈਗਾ। ਉਹ ਇਸ ਕਰਕੇ ਚੜ੍ਹਦਾ ਹੈ ਕਿ ਗਵਰਨਮੈਂਟ ਫੰਡਿੰਗ ਨਹੀਂ ਦਿੰਦੀ, ਪੈਸਾ ਨਹੀਂ ਦਿੰਦੀ, ਤਾਂ ਤਨਖਾਹਾਂ ਦੇਣ ਵਾਸਤੇ ਯੂਨੀਵਰਸਿਟੀ ਜਿਹੜੀ ਆ ਬੈਂਕ ਤੋਂ ਓਵਰਡਰਾਫਟ ਦਿੰਦੀ ਹੈ, ਤੇ ਜਿਹਦੇ ਕਰਕੇ ਫਿਰ ਵਿਆਜ ਵੀ ਦੇਣਾ ਪੈਂਦਾ ਹਰ ਸਾਲ 9-10 ਕਰੋੜ ਰੁਪਈਆ। ਸੋ ਇਹ ਜਿਹੜਾ ਕਰਜ਼ਾਈ ਹੋਣਾ ਯੂਨੀਵਰਸਿਟੀ ਦਾ ਹੈ, ਇਹ ਸਿਆਸਤਦਾਨ ਵੱਲੋਂ ਯੂਨੀਵਰਸਿਟੀ ਦੀ ਫੰਡਿੰਗ ਨਾ ਕਰਨ ਕਰਕੇ ਯੂਨੀਵਰਸਿਟੀ ਕਰਜ਼ੇ ਦੇ ਵਿੱਚ ਫਸ ਗਈ ਔਰ ਵਾਈਸ ਚਾਂਸਲਰ ਜਿਹੜੇ ਨੇ ਉਹ ਗੌਰਮੈਂਟ ਨੂੰ ਪਰਸੂਏਡ ਨਹੀਂ ਕਰ ਸਕੇ, ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕੇ, ਜਾਂ ਕਨਵਿੰਸ ਗੌਰਮੈਂਟਾਂ ਹੋਈਆਂ ਨਹੀਂ ਕਿ ਯੂਨੀਵਰਸਿਟੀਆਂ ਨੂੰ ਗ੍ਰਾਂਟ ਜਿਹੜੀ ਆ ਦਿੱਤੀ ਜਾਵੇ। ਸੋ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਕਾਲਜਸ ਨੇ, ਜਿਵੇਂ ਖਾਸ ਕਰਕੇ ਗਵਰਨਮੈਂਟ ਕਾਲਜਸ ਨੇ, ਜਿਸ 'ਚ ਕੋਈ 2000 ਕਾਡਰ ਦੀ ਪੋਸਟ ਹੈ ਤੇ ਉਹਦੇ 'ਚ ਸਿਰਫ 200-300 ਰੈਗੂਲਰ ਟੀਚਰ ਹੈ, ਬਾਕੀ ਸਭ ਅਡਹਾਕ ਨੇ। ਤੇ ਇਸ ਪੀਰੀਅਡ ਦੇ ਵਿੱਚ ਕਲਚਰ ਜਨਰੇਟ ਹੋਇਆ ਕਿ ਇਹ ਕੁਛ ਟੀਚਰ ਜਿਹੜੇ ਨੇ ਅਡਹਾਕ ਰੱਖੇ ਜਾਂਦੇ ਨੇ, ਕੁਛ ਪਾਰਟ ਟਾਈਮ ਰੱਖੇ ਜਾਂਦੇ ਨੇ, ਕੁਛ ਗੈਸਟ ਫੈਕਲਟੀ ਰੱਖੇ ਜਾਂਦੇ ਆ। ਤਾਂ ਇਹ ਜਿਹੜਾ ਸਿਲਸਿਲਾ ਹੈ ਯੂਨੀਵਰਸਿਟੀ ਨੂੰ ਖਰਾਬ ਕਰਨ ਦਾ, ਉਹ ਇਸ ਦੌਰ ਦੇ ਵਿੱਚ ਵੱਡੀ ਪੱਧਰ ਤੇ ਹੁੰਦਾ ਹੈ ਔਰ ਇਹ 1997 ਤੋਂ ਲੈ ਕੇ 22-23 ਤੱਕ ਚੱਲਿਆ ਹੈ, ਜਿਹਨੇ ਸਾਡਾ ਸਿਸਟਮ ਖਰਾਬ ਕਰਤਾ ਹੈ। ਤੇ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਉਹ 150 ਕਰੋੜ ਦੇ ਕਰਜ਼ੇ 'ਚ 6 ਸਾਲ ਪਹਿਲਾਂ ਫਸ ਗਈ। ਤੇ ਇਸ ਕਰਕੇ ਇੱਕ ਵਾਈਸ ਚਾਂਸਲਰ ਜਿਹੜੇ BS ਘੁੰਮਣ ਨੇ, ਉਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਉਹ ਤਨਖਾਹਾਂ ਦੇਣ ਵਾਸਤੇ ਸਮਰੱਥ ਸਨ। ਉਹ ਆਪਣਾ 2 ਸਾਲ ਦਾ ਪੀਰੀਅਡ ਪਹਿਲਾਂ ਹੀ ਛੱਡ ਕੇ 4 ਸਾਲ ਬਾਅਦ ਉਹ ਛੱਡ ਕੇ ਚਲੇ ਗਏ ਕਿ ਮੈਂ ਯੂਨੀਵਰਸਿਟੀ ਨਹੀਂ ਚਲਾ ਸਕਦਾ। ਤੇ ਮੌਜੂਦਾ ਵਾਈਸ ਚਾਂਸਲਰ ਆ ਗਏ ਉਹਨਾਂ ਦੀ ਜਗ੍ਹਾ, ਔਰ ਉਹਨਾਂ ਨੂੰ ਵੀ ਫੰਡਿੰਗ ਪੂਰੀ ਨਾ ਹੋਣ ਕਰਕੇ ਉਹਨਾਂ ਨੇ ਕਰਜ਼ਾ ਤੇ ਕੋਈ ਨਹੀਂ ਵਧਾਇਆ, 150 ਕਰੋੜ ਹੀ ਰਿਹਾ। ਲੇਕਿਨ ਜਿਹੜੀਆਂ ਇਸ ਪੀਰੀਅਡ ਦੇ ਵਿੱਚ, ਖਾਸ ਕਰਕੇ 2022 ਦੇ ਵਿੱਚ ਨਵੇਂ ਗ੍ਰੇਡ ਲਾਗੂ ਹੋ ਗਏ ਨੇ, ਉਹਦਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਖਰਚਾ ਹੋਰ ਵੱਧ ਗਿਆ ਤੇ ਨਾਲ ਨਵੀਂ ਪੈਨਸ਼ਨ ਸਕੀਮ ਲਾਗੂ ਕਰਨ ਦੇ ਨਾਲ ਹੋਰ ਵੀ ਖਰਚਾ ਵਧਣ ਨਾਲ ਡੈਫੀਸਿਟ ਹੋਰ ਵੱਧ ਗਿਆ ਹੈਗਾ। ਤਾਂ ਕ੍ਰਾਈਸਿਸ ਜਿਹੜਾ ਗੰਭੀਰ ਹੈ, ਤੇ ਇਹ ਕ੍ਰਾਈਸਿਸ ਜਿਹੜਾ ਹੈ ਯੂਨੀਵਰਸਿਟੀ ਸਟੂਡੈਂਟ ਤੋਂ ਫੀਸਾਂ ਇਕੱਠੀਆਂ ਕਰਕੇ ਨਹੀਂ ਪੂਰਾ ਕਰ ਸਕਦੀ ਤੇ ਨਾ ਹੀ ਇਹ ਸਿਚੁਏਸ਼ਨ ਇਸ ਵੇਲੇ ਡਿਮਾਂਡ ਕਰਦੀ ਹੈ। ਪਰ ਸਟੇਟ ਦਾ ਕਹਿਣਾ ਇਹ ਹੈ ਕਿ ਯੂਨੀਵਰਸਿਟੀ ਦੇ ਅੰਦਰ ਬਹੁਤ ਸਾਰੇ ਇਦਾਂ ਦੇ ਰੂਲ ਸੀ, ਆਪਣੇ ਹਿਸਾਬ ਨਾਲ ਮੈਂਡ ਕੀਤੇ ਗਏ ਕਿ ਆਪਣੇ ਨਜ਼ਦੀਕੀਆਂ ਨੂੰ ਭਰਤੀ ਕੀਤਾ ਜਾ ਸਕੇ। ਬਹੁਤ ਤਰ੍ਹਾਂ ਦੀ ਕਰਪਸ਼ਨ ਫੈਲੀ ਹੋਈ ਸੀ, ਇਸ ਕਰਕੇ ਯੂਨੀਵਰਸਿਟੀ ਦਾ ਕਸੂਰ ਹੈ। ਇਹ ਜਿਹੜੀ ਸਟੇਟਮੈਂਟ ਹੈ, ਇਹ ਫਾਈਨੈਂਸ ਮਿਨਿਸਟਰਸ ਵੱਲੋਂ, ਨਾ ਕਿ ਅੱਜ ਵਾਲੇ ਪੁਰਾਣਿਆਂ ਵੱਲੋਂ ਵੀ ਦਿੱਤੀ ਗਈ ਹੈ ਸਰ। ਇਹਦਾ ਫਿਰ ਕੀ ਜਵਾਬ ਹੋਵੇ? ਇਹਦਾ ਦੋ ਤਰ੍ਹਾਂ ਇਹਦਾ ਜਵਾਬ ਦਿੱਤਾ ਜਾ ਸਕਦਾ। ਇੱਕ ਤੇ ਹੈ ਕਿ ਯੂਨੀਵਰਸਿਟੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ 'ਚ ਗੌਰਮੈਂਟ ਦੀ ਨੁਮਾਇੰਦਗੀ ਲਗਾਤਾਰ ਰਹਿੰਦੀ ਹੈ, ਜਿਸ 'ਚ ਐਜੂਕੇਸ਼ਨ ਸੈਕਟਰੀ ਹੁੰਦੇ ਨੇ, DPI ਕਾਲਜਸ ਹੁੰਦੇ ਨੇ, ਇੱਕ ਗੌਰਮੈਂਟ ਕਾਲਜ ਦਾ ਪ੍ਰਿੰਸੀਪਲ ਹੁੰਦਾ ਹੈ,
ਯੂਨੀਵਰਸਿਟੀ ਦੀ ਜਿਹੜੀ ਫਾਈਨਾਂਸ ਪਾਸ ਹੁੰਦਾ, ਬਜਟ ਪਾਸ ਹੁੰਦਾ ਹੈ, ਉਹ 'ਚ ਫਾਈਨਾਂਸ ਸੈਕਟਰੀ ਉਹਦਾ ਫਾਈਨਾਂਸ ਕਮੇਟੀ ਦਾ ਮੈਂਬਰ ਹੁੰਦਾ ਹੈ, ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਵੀਟੋ ਹੁੰਦੀਆਂ ਨੇ ਡਿਸੀਜਨ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਜੇ ਕੋਈ ਬੇਨਿਯਮੀ ਹੋਈ ਹੈ ਤੇ ਇਹਦੇ 'ਚ ਗੌਰਮੈਂਟ ਦੇ ਨੁਮਾਇੰਦੇ ਵੀ ਉਨੇ ਹੀ ਜ਼ਿੰਮੇਵਾਰ ਨੇ, ਔਰ ਵਾਈਸ ਚਾਂਸਲਰ ਵੀ ਯੂਨੀਵਰਸਿਟੀ ਦੇ ਵਿੱਚ ਗੌਰਮੈਂਟ ਦਾ ਨੁਮਾਇੰਦਾ ਹੀ ਹੁੰਦਾ ਹੈ। ਸੋ ਜੇ ਬੇਨਿਯਮੀ ਹੋਈ ਆ ਤੇ ਜਿਹੜੀ ਸਰਕਾਰ ਹੈ ਜਾਂ ਸਰਕਾਰੀ ਨੁਮਾਇੰਦੇ ਨੇ ਉਹ ਇਸ ਤੋਂ ਮੁਕਤ ਨਹੀਂ ਹਨ। ਦੂਸਰੀ ਗੱਲ ਇਹ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਕਰਪਸ਼ਨ ਉਸ ਤਰ੍ਹਾਂ ਦੀ ਨਹੀਂ ਹੈ ਜਿੱਦਾਂ ਦੀ ਕਰਪਸ਼ਨ ਅੱਜ ਕੱਲ੍ਹ ਫੜੀ ਜਾ ਰਹੀ ਹੈ। ਯੂਨੀਵਰਸਿਟੀਆਂ ਦੀ ਕਰਪਸ਼ਨ ਜਿਹੜੀ ਹੈ ਮਾਰਜੀਨਲ ਹੋਏਗੀ, ਔਰ ਪ੍ਰੈਜ਼ੈਂਟ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਵਿੱਚ ਕਰਪਸ਼ਨ ਦੇ ਕੇਸਿਸ ਫੜ ਕੇ ਇੱਕ ਦੋ ਬੰਦੇ ਸਸਪੈਂਡ ਵੀ ਕੀਤੇ ਨੇ, ਕੁਛ ਉਹਨਾਂ ਤੋਂ ਰਿਕਵਰੀ ਵੀ ਕੀਤੀ ਹੈ, ਲੇਕਿਨ ਇਹ ਵਰਤਾਰਾ ਮੇਨ ਨਹੀਂ ਹੈ। ਯੂਨੀਵਰਸਿਟੀਆਂ ਦੇ ਵਿੱਚ ਥੋੜ੍ਹੀ ਬਹੁਤੀ ਜੇ ਬੇਨਿਯਮੀ ਹੋਈ ਹੈ, ਉਹਦੀਆਂ ਇਨਕੁਆਇਰੀਆਂ ਹੋਈਆਂ ਪਈਆਂ ਨੇ, ਇਨਕੁਆਇਰੀ ਰਿਪੋਰਟਾਂ ਪਈਆਂ ਨੇ, ਗੌਰਮੈਂਟ ਨੂੰ ਪਤਾ ਹੈ, ਲੇਕਿਨ ਗੌਰਮੈਂਟ ਜਿਹੜੀ ਹੈ ਉਹ ਵਾਈਸ ਚਾਂਸਲਰ ਨੂੰ ਉਹਨਾਂ ਤੇ ਐਕਸ਼ਨ ਨਹੀਂ ਲੈਣ ਦੇ ਰਹੀ। ਸੋ ਇਸ ਕਰਕੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਯੂਨੀਵਰਸਿਟੀ ਆਈਡੀਅਲ ਯੂਨੀਵਰਸਿਟੀ ਉਹ ਹੁੰਦੀ ਹੈ ਜਿਸ 'ਚ ਅਟਾਨਮੀ ਹੋਵੇ, ਉਹ ਅਟਾਨਮੀ ਵੀ ਖਰਾਬ ਹੋਈ ਪਈ ਹੈ। ਮੈਨੂੰ ਇਹ ਪਤਾ ਹੈ ਕਿ ਪਿਛਲੇ ਸਮੇਂ ਵਾਈਸ ਚਾਂਸਲਰ ਜਿਹੜੇ ਨੇ ਉਹ ਇਹਨਾਂ ਦੇ ਉੱਤੇ ਐਕਸ਼ਨ ਲੈ ਕੇ ਕੁਝ ਬੰਦੇ ਜਿਨ੍ਹਾਂ ਦੀਆਂ ਨਿਯਮ ਤੋੜ ਕੇ ਨਿਯੁਕਤੀਆਂ ਹੋਈਆਂ ਨੇ, ਇੱਕ ਅੱਧਾ ਬੰਦਾ ਕੱਢਿਆ ਵੀ ਹੈ, ਦੂਜਿਆਂ ਨੂੰ ਕੱਢਣਾ ਚਾਹੁੰਦੇ ਸੀ, ਲੇਕਿਨ ਗੌਰਮੈਂਟ ਦੇ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ਼ਰ ਪਾ ਕੇ ਇਸ ਗੱਲ ਨੂੰ ਰੋਕਿਆ ਸੀਗਾ। ਹੁਣ ਵੀ ਜੇ ਇਸ ਤਰ੍ਹਾਂ ਦੀ ਕੋਈ ਗੜਬੜ ਹੈ, ਇਨਕੁਆਇਰੀ ਰਿਪੋਰਟਾਂ ਹੋਈਆਂ ਪਈਆਂ ਨੇ। ਪੁਰਾਣੇ ਜਿਹੜੇ ਬਿਊਰੋਕਰੇਟ ਵਾਈਸ ਚਾਂਸਲਰ ਆਫੀਸ਼ੀਏਟ ਰਹੇ ਸੀਗੇ ਮਿਸਟਰ ਵਰਮਾ, ਉਹਨਾਂ ਦੇ ਸਮੇਂ ਦੇ ਇਨਕੁਆਇਰੀ ਰਿਪੋਰਟਾਂ ਪਈਆਂ ਨੇ, ਉਹਨਾਂ ਤੇ ਐਕਸ਼ਨ ਲਿਆ ਜਾ ਸਕਦਾ ਹੈ। ਲੇਕਿਨ ਇਸ ਗੱਲ ਦੀ ਜ਼ਿੰਮੇਵਾਰੀ ਇਹ ਨਹੀਂ ਕਹੀ ਜਾ ਸਕਦੀ ਕਿ ਯੂਨੀਵਰਸਿਟੀ ਦੇ ਵਿੱਚ ਫੰਡਿੰਗ ਘੱਟ ਜਿਹੜੀ ਹੈ ਜਾਂ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉਸ ਕਰਕੇ ਹੈ। ਉਹ ਇਹ ਇੱਕ ਮਾਰਜੀਨਲ ਫੈਕਟਰ ਹੋ ਸਕਦਾ ਹੈ, ਮੇਜਰ ਫੈਕਟਰ ਨਹੀਂ ਹੈ। ਮੇਜਰ ਫੈਕਟਰ ਹੈ ਕਿ 150 ਕਰੋੜ ਦਾ ਕਰਜ਼ਾ ਗੌਰਮੈਂਟ ਦੀ ਫੰਡਿੰਗ ਨਾ ਹੋਣ ਤੇ ਚੜਿਆ। ਹੁਣ ਜਿਹੜਾ ਫਰਦਰ ਡੈਫੀਸਿਟ ਵਧਿਆ ਉਹ ਗ੍ਰੇਟ ਗੌਰਮੈਂਟ ਨੇ ਲਾਗੂ ਕਰਵਾਏ ਨੇ, ਔਰ ਨਵੀਂ ਪੈਨਸ਼ਨ ਸਕੀਮ ਗੌਰਮੈਂਟ ਨੇ ਲਾਗੂ ਕਰਾਈ ਹੈ। ਤੇ ਇਸ ਕਰਕੇ ਮੈਂ ਸਮਝਦਾ ਕਿ ਮੇਜਰ ਜਿਹੜਾ ਐਕਸਪਲੇਨੇਸ਼ਨ ਇਹਦੀ ਹੈ ਕ੍ਰਾਈਸਿਸ ਦੀ, ਫਾਈਨੈਂਸ਼ੀਅਲ ਕ੍ਰਾਈਸਿਸ ਦੀ, ਉਹ ਇਸ ਗੱਲ ਤੇ ਪੁੱਟ ਕਰ ਦੇਣੀ ਕਿ ਯੂਨੀਵਰਸਿਟੀ ਕੋ ਬੇਨਿਯਮੀ ਹੋਈ ਆ, ਇਹ ਸਰਾਸਰ ਗਲਤ ਗੱਲ ਹੈ। ਇੱਕ ਮਾਰਜੀਨਲ ਫੈਕਟਰ ਹੋ ਸਕਦਾ ਹੈ, ਇਹ ਮੇਜਰ ਫੈਕਟਰ ਬਿਲਕੁਲ ਨਹੀਂ ਹੈ। ਸਰਕਾਰ ਦਾ ਐਵੇਂ ਲੱਗਦਾ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰਨਾ ਨਹੀਂ ਚਾਹੁੰਦੇ, ਕਿਉਂਕਿ ਯੂਨੀਵਰਸਿਟੀ ਡਿਮਾਂਡ ਕਰ ਰਹੀ ਹੈ 360 ਕਰੋੜ ਦੇ ਅਰਾਊਂਡ ਜਿਹੜੀ ਗ੍ਰਾਂਟ ਹੈ ਸਰਕਾਰ ਤੋਂ। 150 ਕਰੋੜ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕਰਜ਼ਾ ਹੈਗਾ। 2 ਲੱਖ ਤੋਂ ਵੱਧ ਸਟੂਡੈਂਟ ਉੱਥੇ ਜਿਹੜੇ ਪੜ੍ਹਦੇ ਨੇ, ਕਈ ਤਰ੍ਹਾਂ ਦੇ ਹੋਰ ਨਾਲ ਜੁੜੇ ਹੋਏ ਕਾਲਜ ਨੇ, ਕਈ ਹੋਰ ਕੈਂਪਸ ਨੇ ਜਿਹੜੇ ਰਿਮੋਟ ਏਰੀਆਜ਼ ਦੇ ਵਿੱਚ ਡਿਸਟੈਂਸ ਤੇ ਬਣੇ ਹੋਏ ਨੇ, ਉਹ ਵੀ ਚਲਾਉਣੇ ਨੇ। ਲੇਕਿਨ ਪੰਜਾਬ ਸਰਕਾਰ ਜਦੋਂ ਇਸ ਗੱਲ ਤੇ ਛੱਡ ਦਿੰਦੀ ਹੈ ਕਿ ਅਸੀਂ ਆਈ ਮੀਨ ਦੇ ਜਸਟ ਡਿਲੇ, ਉਹ ਆਪਣਾ ਫੰਡ ਰਿਲੀਜ਼ ਨਹੀਂ ਕਰਦੇ ਔਰ ਸਿਰਫ ਕਰਪਸ਼ਨ ਦੇ ਉੱਤੇ ਆ ਜਾਂਦੇ ਨੇ, ਕੀ ਕਿਸੇ ਤਰ੍ਹਾਂ ਦਾ ਇਹ ਜਿਹੜਾ ਨੈਰੇਟਿਵ ਨੂੰ ਬ੍ਰੇਕ ਕਰਨ ਦੇ ਲਈ ਕੋਈ ਜਾਂਚ ਪੜਤਾਲ ਵੱਡੇ ਪੱਧਰ ਤੇ, ਜਿਵੇਂ ਜਿਵੇਂ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਵਿਜੀਲੈਂਸ ਦਾ ਬਹੁਤ ਵੱਡਾ ਸ਼ਿਕੰਜਾ ਕੱਸਿਆ ਹੋਇਆ ਹੈ ਆਪੋਜੀਸ਼ਨ ਪਾਰਟੀਆਂ ਦੇ ਪੁਰਾਣੇ ਲੀਡਰਾਂ ਦੇ ਉੱਤੇ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕਰਪਸ਼ਨਸ ਕੀਤੀਆਂ, ਕੀ ਕੋਈ ਐਦਾਂ ਦੀ ਜਾਂਚ ਵਾਈਡਰ ਲੈਵਲ ਦੇ ਵਿੱਚ ਪੂਰੀ ਯੂਨੀਵਰਸਿਟੀ ਨੂੰ ਘੇਰੇ 'ਚ ਲੈ ਕੇ ਅੰਦਰ ਕੀਤੀ ਜਾਣੀ ਚਾਹੀਦੀ ਹੈ, ਜੋ ਇੱਕ ਤਰ੍ਹਾਂ ਦਾ ਸੌਰਟ ਆਫ ਵਾਈਟ ਪੇਪਰ ਬਣ ਕੇ ਲੋਕਾਂ ਦੇ ਸਾਹਮਣੇ ਆ ਜਾਏ? ਮਨਵੀਰ, ਇਹਦੇ ਵਾਸਤੇ ਕੋਈ ਜਾਂਚ ਕਰਨ ਦੀ ਲੋੜ ਨਹੀਂ ਹੈ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਯੂਨੀਵਰਸਿਟੀ ਦੇ ਸਿਰ ਕਰਜ਼ਾ ਚੜਿਆ ਹੈ, ਇਹਦੀ ਜ਼ਿੰਮੇਵਾਰੀ ਪੰਜਾਬ ਗੌਰਮੈਂਟ ਦੀ ਹੈ, ਪਿਛਲੀਆਂ ਗੌਰਮੈਂਟਾਂ ਦੀ ਜ਼ਿੰਮੇਵਾਰੀ ਹੈ। ਜੇ ਉਹ ਯੂਨੀਵਰਸਿਟੀ ਦੀ ਫੰਡਿੰਗ ਕਰਦੇ ਹੁੰਦੇ ਤੇ 150 ਕਰੋੜ ਦਾ ਕਰਜ਼ਾ ਨਾ ਚੜਦਾ, ਓਵਰਡਰਾਫਟ ਫੈਸਿਲਿਟੀ ਨਾ ਹੁੰਦੀ। ਹੁਣ ਜੇ ਗ੍ਰੇਡ ਲਾਗੂ ਕਰਕੇ ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਯੂਨੀਵਰਸਿਟੀ ਦਾ ਫਾਈਨੈਂਸ਼ੀਅਲ ਬਰਡਨ ਜਿਹੜਾ ਵਧਿਆ ਹੈ, ਤਾਂ ਇਹ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਨਹੀਂ ਹੈ। ਇਹਦੇ ਵਾਸਤੇ ਕੋਈ ਇਨਕੁਆਇਰੀ ਦੀ ਲੋੜ ਨਹੀਂ ਹੈ। ਇਹਦੇ ਵਾਸਤੇ ਸਿੰਪਲ ਜਿਹੜੀ ਸਟੇਟਮੈਂਟ ਹੈ ਇਹ ਇੰਡੀਕੇਟ ਕਰਦੀ ਹੈ ਕਿ ਕਾਰਨ ਕੀ ਹੈ। ਯੂਨੀਵਰਸਿਟੀ ਦੇ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਆ ਉਹਦਾ ਕਾਰਨ ਕੋਈ ਯੂਨੀਵਰਸਿਟੀ 'ਚ ਬੇਨਿਯਮੀਆਂ ਨਹੀਂ ਹੈ। ਇਹਦਾ ਕਾਰਨ ਹੈ ਕਿ ਯੂਨੀਵਰਸਿਟੀ ਗ੍ਰਾਂਟ ਵਧਾਈ ਜਾਵੇ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਯੂਨੀਵਰਸਿਟੀ ਦੀ ਗ੍ਰਾਂਟ ਨਹੀਂ ਰਿਲੀਜ਼ ਕਰਦੇ, 3 ਮਹੀਨੇ ਤਨਖਾਹ ਨਹੀਂ ਮਿਲਦੀ ਜਾਂ 2 ਮਹੀਨੇ ਤਨਖਾਹ ਨਹੀਂ ਮਿਲਦੀ ਮੁਲਾਜ਼ਮਾਂ ਨੂੰ, ਉਹ ਫਿਰ ਮੁਲਾਜ਼ਮ ਕੰਮ ਨਹੀਂ ਕਰਨਗੇ, ਹੜਤਾਲ ਤੇ ਜਾਣਗੇ, ਟੀਚਿੰਗ ਸਫਰ ਕਰੇਗੀ, ਉਹਦੇ ਨਾਲ ਜਿਹੜਾ ਸਟੈਂਡਰਡ ਆਫ ਐਜੂਕੇਸ਼ਨ ਖਰਾਬ ਹੋਏਗਾ। ਤਾਂ ਮੈਂ ਸਮਝਦਾ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਾਥਮਿਕਤਾ ਦੇ ਲੈਵਲ ਤੇ ਗ੍ਰਾਂਟ ਰਿਲੀਜ਼ ਕਰੇ, ਔਰ ਜੇ ਕੋਈ ਜ਼ਰੂਰਤ ਹੈ ਤਾਂ ਇਨਕੁਆਇਰੀ ਕੀਤੀ ਜਾ ਸਕਦੀ ਹੈ। ਔਰ ਆਲਰੇਡੀ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਿਸੇ ਇੱਕ ਬ੍ਰਾਂਚ ਦੇ ਕੁਝ ਬੰਦਿਆਂ ਨੇ ਰਲ ਕੇ ਬੇਨਿਯਮੀ ਕੀਤੀ ਸੀਗੀ, ਉਹਨਾਂ ਦੇ ਖਿਲਾਫ ਵਿਜੀਲੈਂਸ ਦਾ ਕੇਸ ਚੱਲ ਰਿਹਾ ਹੈਗਾ। ਤਾਂ ਉਸ ਕੇਸ ਨੂੰ ਇੱਕ ਫਾਈਨਲ ਸ਼ਕਲ ਦੇ ਕੇ ਅੱਗੇ ਲਿਜਾਇਆ ਜਾਵੇ। ਤਾਂ ਇਸ ਤਰ੍ਹਾਂ ਦੀ ਵੱਡੀ ਕੋਈ ਓਵਰਆਲ ਇਨਕੁਆਇਰੀ ਕਰਨ ਦੀ ਲੋੜ ਨਹੀਂ ਹੈ।
ਛੋਟੇ-ਮੋਟੇ ਜਿਹੜੀਆਂ ਗੱਲਾਂ ਨੇ ਉਹ ਮੈਨੇਜੇਬਲ ਨੇ, ਔਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਾਰਜਨ ਆਫ ਐਫੀਸ਼ੀਐਂਟ ਯੂਜ਼ ਆਫ ਬਜਟ ਹੈ ਉਹ ਥੋੜਾ ਹੈ, ਕੋਈ 5-7% ਹੀ ਕਰ ਸਕਦੇ ਜੇ, ਕੋਈ ਥੋੜੀ ਬਹੁਤੀ ਫੀਸ ਐਡ ਕਰ ਸਕਦੇ, ਪਰ ਜ਼ਿਆਦਾ ਨਹੀਂ ਮਾਰਜਨ ਹੈਗਾ। ਅਗਰ ਜੇ ਪਬਲਿਕ ਯੂਨੀਵਰਸਿਟੀਆਂ ਚਲਾਉਣੀਆਂ ਨੇ ਤੇ ਇੱਕ ਯੂਨੀਵਰਸਿਟੀ ਦੇ ਫਾਰਮ ਵਿੱਚ ਚਲਾਉਣੀਆਂ ਨੇ, ਮੈਂ ਸਮਝਦਾ ਕਿ ਜਿਹੜੀ PTU ਹੈ, ਬਾਬਾ ਫਰੀਦ ਯੂਨੀਵਰਸਿਟੀਆਂ, ਉਹ ਆਈਡੀਅਲ ਯੂਨੀਵਰਸਿਟੀਆਂ ਨਹੀਂ ਹੈ, ਉਹ ਸਿੰਗਲ ਸਬਜੈਕਟ ਯੂਨੀਵਰਸਿਟੀਆਂ ਨੇ। ਉਹਨਾਂ ਦੀ ਫੰਡਿੰਗ ਪੈਟਰਨ ਹੋਰ ਹੈ, ਉੱਥੇ ਫੀਸਾਂ ਬਹੁਤ ਨੇ। ਇਹ ਯੂਨੀਵਰਸਿਟੀ ਜਿਹੜੀ ਆ, ਇੱਥੇ 60% ਵਿਦਿਆਰਥੀ ਜਿਹੜੇ ਨੇ ਉਹ SC ਨੇ, ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਜਿਹੜੇ ਨੇ ਲੜਕੀਆਂ ਨੇ। ਜੇ ਤੁਸੀਂ ਫੀਸ ਚਾਰਜ ਕਰਨੀ ਸ਼ੁਰੂ ਕਰ ਦੋਗੇ ਤਾਂ ਇਹ ਧਿਰਾਂ ਜਿਹੜੀਆਂ ਨੇ ਹਾਇਰ ਐਜੂਕੇਸ਼ਨ ਚੋਂ ਬਾਹਰ ਹੋ ਜਾਣਗੀਆਂ। ਆਲਰੇਡੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ 'ਚ ਇਹ ਧਿਰਾਂ ਬਾਹਰ ਨੇ। ਪੰਜਾਬੀ ਯੂਨੀਵਰਸਿਟੀ ਨੇ ਇੱਕ ਸਟੱਡੀ ਕੰਡਕਟ ਕੀਤੀ ਸੀਗੀ 2009 ਦੇ ਵਿੱਚ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਪਿੰਡਾਂ 'ਚੋਂ ਕਿੰਨੇ ਬੱਚੇ ਆਉਂਦੇ ਨੇ, ਤਾਂ ਇਹ ਰਿਜ਼ਲਟ ਸੀਗਾ ਕਿ ਓਵਰਆਲ ਪੰਜਾਬ 'ਚੋਂ 5% ਬੱਚੇ ਆਉਂਦੇ ਨੇ, PAU 'ਚ 4% ਆਉਂਦੇ ਨੇ, ਤੇ ਪੰਜਾਬੀ ਯੂਨੀਵਰਸਿਟੀ ਐਸੀ ਯੂਨੀਵਰਸਿਟੀ ਹੈ ਜਿੱਥੇ 8% ਬੱਚੇ ਜਿਹੜੇ ਨੇ ਹਾਇਰ ਐਜੂਕੇਸ਼ਨ ਦੇ ਵਿੱਚ ਪਿੰਡਾਂ 'ਚੋਂ ਆ ਰਹੇ ਨੇ। ਸੋ ਇਸ ਕਰਕੇ ਪੰਜਾਬੀ ਯੂਨੀਵਰਸਿਟੀ ਦੀ ਅਹਿਮੀਅਤ ਸਿਰਫ ਰੂਰਲ ਏਰੀਆ ਨੂੰ ਐਜੂਕੇਸ਼ਨ ਦੇਣ ਦੀ ਨਹੀਂ ਹੈ, ਇਹਦਾ ਇੱਕ ਹੋਰ ਮੈਂਡੇਟ ਹੈ ਕਿ ਪੰਜਾਬੀ ਲੈਂਗੁਏਜ, ਲਿਟਰੇਚਰ, ਕਲਚਰ ਨੂੰ ਪ੍ਰਫੁੱਲਤ ਕਰਨਾ। ਇਹ 'ਚ 5-6 ਐਸੇ ਡਿਪਾਰਟਮੈਂਟ ਨੇ ਜਿਹੜੇ ਰਿਸਰਚ ਡਿਪਾਰਟਮੈਂਟ ਨੇ, ਜਿਨ੍ਹਾਂ ਦੇ ਵਿੱਚ ਸਟੂਡੈਂਟ ਦਾਖਲਾ ਨਹੀਂ ਲੈਂਦੇ, ਔਰ ਉਹਨਾਂ ਅਧਿਆਪਕਾਂ ਦੀ ਸੈਲਰੀ ਜਿਹੜੀ ਆ ਫੀਸ ਨਾਲ ਨਹੀਂ ਭਰਾਈ ਜਾ ਸਕਦੀ। ਜੇ ਪੰਜਾਬੀ ਲੈਂਗੁਏਜ, ਲਿਟਰੇਚਰ, ਕਲਚਰ ਵਿੱਚ ਖੋਜ ਕਰਨੀ ਆ, ਰਿਸਰਚ ਕਰਨੀ ਆ, ਤਾਂ ਵਿਦਿਆਰਥੀਆਂ ਦੀ ਫੀਸ ਨਹੀਂ ਇਹ ਕੰਮ ਕਰਾ ਸਕਦੀ। ਉਹਦੇ ਵਾਸਤੇ ਤੁਹਾਨੂੰ ਸਪੈਸ਼ਲ ਫੰਡ ਚਾਹੀਦੇ ਨੇ, ਜਿਹੜਾ ਕਿ ਹੌਲੀ ਹੌਲੀ ਗੌਰਮੈਂਟ ਨੇ ਫੰਡ ਜਿਹੜੇ ਨੇ, ਸੈਪਰੇਟ ਫੰਡ ਜਿਹੜੇ ਪੰਜਾਬੀ ਡਿਵੈਲਪਮੈਂਟ ਵਾਸਤੇ ਸੀ, ਉਹ ਬੰਦ ਕੀਤੇ ਹੋਏ ਨੇ। ਸੋ ਗੌਰਮੈਂਟ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨ ਦੀ ਜ਼ਿਆਦਾ ਜ਼ਰੂਰਤ ਹੈ, ਬਜਾਏ ਕਿ ਯੂਨੀਵਰਸਿਟੀਆਂ ਦੇ ਵਿੱਚ ਉੱਤੇ ਉਂਗਲ ਰੱਖਣ ਦੀ। ਮੈਂ ਸਮਝਦਾ ਕਿ ਇਹ ਇੱਕ ਗਲਤ ਕਿਸਮ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੂਨੀਵਰਸਿਟੀਆਂ ਨੂੰ ਇਨਕੁਆਇਰੀ ਹੇਠ ਲਿਆਂਦਾ ਜਾਵੇ, ਔਰ ਜਦੋਂ ਵੀ ਇਨਕੁਆਇਰੀ ਹੇਠ ਲਿਆਂਦਾ ਜਾਂਦਾ ਤਾਂ ਉਹ ਵਾਈਸ ਚਾਂਸਲਰ ਨੂੰ ਜਾਂ ਇੱਕ ਸੈਕਸ਼ਨ ਆਫ ਜਿਹੜੇ ਟੀਚਰ ਨੇ ਉਹਨਾਂ ਨੂੰ ਵਿਕਟਿਮਾਈਜ਼ ਕਰਨ ਦੀ ਗੱਲ ਕੀਤੀ ਜਾਂਦੀ ਹੈ। ਇਹ ਗੱਲ ਨਹੀਂ ਕਰਨੀ ਚਾਹੀਦੀ, ਇਹ ਯੂਨੀਵਰਸਿਟੀ ਅਟਾਨਮੀ ਦੇ ਖਿਲਾਫ ਹੈ, ਔਰ ਇਹ ਅਧਿਕਾਰ ਵਾਈਸ ਚਾਂਸਲਰ ਨੂੰ ਦੇਣਾ ਚਾਹੀਦਾ ਕਿ ਜੇ ਕੋਈ ਬੇਨਿਯਮੀ ਹੋਈ ਹੈ ਤਾਂ ਆਪਣੇ ਪੱਧਰ ਤੇ ਜਾਂਚ ਕਰਕੇ ਉਹਨਾਂ ਤੇ ਐਪਰੋਪਰੀਏਟ ਐਕਸ਼ਨ ਲੈ ਸਕਣ। ਪੁਰਾਣੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਉਹਨਾਂ ਵੱਲੋਂ ਵੀ ਇਹੀ ਐਲੀਗੇਸ਼ਨ ਲਗਾਈ ਸੀ ਕਿ ਯੂਨੀਵਰਸਿਟੀ ਦੀਆਂ ਆਪਣੀਆਂ ਗਲਤੀਆਂ ਕਰਕੇ ਯੂਨੀਵਰਸਿਟੀ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆ, ਔਰ ਅੱਜ ਦੇ ਫਾਈਨੈਂਸ ਮਿਨਿਸਟਰ ਦੀ ਵੀ ਸਮਵਟ ਸੇਮ ਟੋਨ ਹੈਗੀ। ਮੈਂ ਹੁਣ ਤੁਹਾਡੇ ਵੱਲ ਅਗਲਾ ਔਰ ਆਖਰੀ ਸਵਾਲ ਲੈ ਕੇ ਆ ਰਹੀ ਹਾਂ ਕਿ ਪੰਜਾਬ ਦੇ CM ਜਦੋਂ ਨਵੇਂ ਮੁੱਖ ਮੰਤਰੀ ਬਣਦੇ ਨੇ ਤਾਂ ਇਸੇ ਹੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਦੁੱਖ ਪ੍ਰਗਟਾਉਂਦੇ ਨੇ। ਇਕੱਠ ਹੁੰਦਾ, ਉਸ ਇਕੱਠ ਦੇ ਵਿੱਚ ਕਹਿੰਦੇ ਨੇ ਕਿ ਵਿਦਿਆ ਕਰਜ਼ੇ ਦੇ ਹੇਠ ਹੈ। ਹੁਣ ਕੀ ਕਰਨਾ ਚਾਹੀਦਾ ਆ? ਇਹ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਸੰਕਟ ਹੈ, ਇਹ ਕਿਵੇਂ ਹੱਲ ਹੋਵੇ? ਆਖਰੀ ਸਵਾਲ ਜੀ। ਮਨਵੀਰ, ਮੈਂ ਸਮਝਦਾ ਕਿ ਪੰਜਾਬੀ ਯੂਨੀਵਰਸਿਟੀ ਦੇ ਫਾਈਨੈਂਸ਼ੀਅਲ ਸੰਕਟ ਨੂੰ ਹੱਲ ਕਰਨ ਵਾਸਤੇ ਗੌਰਮੈਂਟ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜਿਵੇਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਯੂਨੀਵਰਸਿਟੀ ਵਿੱਚ ਆਣ ਕੇ ਕਿਹਾ ਸੀ, ਕਰਜ਼ੇ ਤੋਂ ਮੁਕਤ ਕਰਨਾ ਯੂਨੀਵਰਸਿਟੀ ਉਹਨਾਂ ਦੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਕਾਂਗਰਸ ਦੇ ਸੀਗੇ, ਉਹਨਾਂ ਨੇ ਵੀ ਇਸ ਕਿਸਮ ਦਾ ਬਿਆਨ ਇੱਥੇ ਦਿੱਤਾ ਸੀਗਾ, ਪਰ ਇਸ ਬਿਆਨ ਦੀ ਪੂਰਤੀ ਨਾ ਕਰਨਾ, ਉਹਦੇ ਤੇ ਫੁੱਲ ਨਾ ਚੜਾਉਣਾ, ਮੈਂ ਸਮਝਦਾ ਕਿ ਇਹ ਇਹਨਾਂ ਦੇ ਪਦ ਨੂੰ, ਇਸ ਪਦਵੀ ਨੂੰ ਸੋਭਦਾ ਨਹੀਂ ਹੈ। ਜੇ ਇਹ ਨਹੀਂ ਸੀ ਕਰ ਸਕਦੇ ਤੇ ਇਹਨਾਂ ਨੂੰ ਇਹ ਬਿਆਨ ਨਹੀਂ ਦੇਣੇ ਚਾਹੀਦੇ ਸੀਗੇ। ਚਰਨਜੀਤ ਚੰਨੀ ਹੁਣਾਂ ਨੇ ਵੀ ਇਹੀ ਕੀਤਾ, ਕਾਂਗਰਸ ਮੁੱਖ ਮੰਤਰੀ ਨੇ, ਭਗਵੰਤ ਸਿੰਘ ਮਾਨ ਹੁਣਾਂ ਨੇ ਵੀ ਇਹੀ ਕੰਮ ਕੀਤਾ। ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਮੁੱਖ ਮੰਤਰੀ ਦਾ ਅਹੁਦਾ ਹੈ, ਉਹਦੀ ਜਿਹੜੀ ਗਰਿਮਾ ਹੈ, ਉਹ ਕੰਪਰੋਮਾਈਜ਼ ਹੁੰਦੀ ਹੈ। ਸੋ ਇਹਨਾਂ ਨੂੰ ਉਹਦੇ ਉੱਤੇ ਸਟੈਂਡ ਕਰਨਾ ਚਾਹੀਦਾ, ਕਰਜ਼ਾ ਮੁਕਤ ਕਰਨਾ ਹੀ ਚਾਹੀਦਾ। ਤੇ ਜਿਹੜੇ ਗ੍ਰੇਡ ਰਿਵਾਈਜ਼ ਹੋਏ ਨੇ, ਜਿਹਦੇ ਕਰਕੇ ਡੈਫੀਸਿਟ ਯੂਨੀਵਰਸਿਟੀ ਦਾ ਵਧਿਆ ਹੈ, ਉਹਦੇ ਵਾਸਤੇ 50% ਫੰਡ ਜਿਹੜੇ ਨੇ ਸੈਂਟਰ ਗਵਰਨਮੈਂਟ ਤੋਂ ਆਉਣੇ ਨੇ। ਤੇ ਉਹ ਫੰਡ ਜਿਹੜੇ ਨੇ ਰਿਲੀਜ਼ ਕਰਨ ਦੀ ਸ਼ਰਤ ਇਹ ਹੁੰਦੀ ਹੈ ਕਿ ਯੂਨੀਵਰਸਿਟੀ ਨੂੰ ਲੋੜੀਂਦੇ ਫੰਡ ਪੰਜਾਬ ਗਵਰਨਮੈਂਟ ਵੀ ਜਾਰੀ ਕਰੇ। ਸੋ ਇਸ ਕਰਕੇ ਇਹ ਕੰਮ ਪੰਜਾਬ ਗਵਰਨਮੈਂਟ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ। ਇਹ ਕਰਨ ਤੋਂ ਬਾਅਦ ਯੂਨੀਵਰਸਿਟੀ ਦੀ ਨਾਰਮਲ ਸਿਚੁਏਸ਼ਨ ਜਦੋਂ ਹੋ ਜਾਂਦੀ ਹੈ, ਉਸ ਤੋਂ ਬਾਅਦ ਵਾਈਸ ਚਾਂਸਲਰ ਦੇ ਨਾਲ ਉਹ ਮੀਟਿੰਗ ਕਰਨ ਕਿ ਇਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕਿਵੇਂ ਸਾਧਨ ਬਚਾਏ ਜਾ ਸਕਦੇ ਨੇ, ਔਰ ਹੋਰ ਐਫੀਸ਼ੀਐਂਟ ਤਰੀਕੇ ਨਾਲ ਯੂਨੀਵਰਸਿਟੀ ਕਿਵੇਂ ਚਲਾਈ ਜਾ ਸਕਦੀ ਹੈ। ਔਰ ਇਹ ਜਿਹੜੀ ਪਹਿਲ ਕਦਮੀ ਹੈ, ਤੇ ਜੇ ਵਾਈਸ ਚਾਂਸਲਰ ਨੂੰ ਸਪੋਰਟ ਹੋਵੇ ਗਵਰਨਮੈਂਟ ਦੀ, ਤਾਂ ਇਹਦੇ ਨਾਲ ਐਫੀਸ਼ੀਐਂਸੀ ਵੀ ਲਿਆਂਦੀ ਜਾ ਸਕਦੀ ਹੈ, ਔਰ ਯੂਨੀਵਰਸਿਟੀ ਦੀ ਜਿਹੜੀ ਅਟਾਨਮੀ ਹੈ ਉਹ ਬਰਕਰਾਰ ਰੱਖੀ ਜਾ ਸਕਦੀ ਹੈ।
ਤੇ ਇੱਕ ਯੂਨੀਵਰਸਿਟੀ ਜਿਹੜੀ ਆਈਡੀਅਲ ਹੈ, ਜਿਹੜੀ ਲੋਕਾਂ ਦੀ ਸੇਵਾ ਵਾਸਤੇ ਬਣੀ ਹੈ, ਨੌਲੇਜ ਜਨਰੇਟ ਕਰਨ ਵਾਸਤੇ ਬਣੀ ਹੈ, ਤੇ ਮਲਟੀ ਡਿਸਪਲਿਨਰੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ 'ਚੋਂ ਕੁਝ ਦਿਖਾਉਣ ਵਾਸਤੇ ਹੈ। ਇਹ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਜਿਹੜਾ ਹੈ ਉਹ ਅੰਗਰੇਜ਼ੀ 'ਚ ਕੀਤਾ ਹੈ। ਇਹ ਯੂਨੀਵਰਸਿਟੀ ਦੇ ਕੋਲ ਦਿਖਾਉਣ ਨੂੰ ਹੈ ਕਿ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਜਿਹੜਾ ਹੈ ਉਹ ਇਸ ਯੂਨੀਵਰਸਿਟੀ ਨੇ ਬਣਾਇਆ, ਛਾਪਿਆ ਔਰ ਸਾਰੀ ਦੁਨੀਆ 'ਚ ਵੰਡਿਆ ਤੇ ਇੰਟਰਨੈਟ 'ਤੇ ਅਵੇਲੇਬਲ ਹੈ। ਸੋ ਇਹਦੇ ਕਰਕੇ ਜੇ ਕਿਤੇ ਊਣਤਾਈਆਂ ਨੇ, ਉਹ ਊਣਤਾਈਆਂ ਜਿਹੜੀਆਂ ਨੇ ਗੱਲਬਾਤ ਨਾਲ, ਡਿਸਕਸ਼ਨ ਦੇ ਨਾਲ ਦੂਰ ਕੀਤੀਆਂ ਜਾ ਸਕਦੀਆਂ ਨੇ, ਉਹ ਕਰਨੀਆਂ ਵੀ ਚਾਹੀਦੀਆਂ ਨੇ। ਹਰ ਸਿਚੁਏਸ਼ਨ ਦੇ ਵਿੱਚ ਇੰਪਰੂਵਮੈਂਟ ਦਾ ਸਕੋਪ ਹੁੰਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਵੀ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ, ਔਰ ਮੈਂ ਸਮਝਦਾ ਕਿ ਇਹ ਜਿਹੜਾ ਮੌਕਾ ਹੈ ਉਹ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦਾ ਹੈ। ਇਹ ਮੌਕਾ ਜਿਹੜਾ ਹੈ ਉਹ ਯੂਨੀਵਰਸਿਟੀ ਸੰਸਥਾ ਨੂੰ ਬਚਾਉਣ ਦਾ ਹੈ। ਇਹ ਮੌਕਾ ਐਸਾ ਹੈ ਕਿ ਯੂਨੀਵਰਸਿਟੀਆਂ ਨੂੰ ਆਈਡੀਅਲ ਦੌਰ ਵਿੱਚ ਲਿਜਾਣ ਦਾ ਮੌਕਾ ਹੈ। ਇਹ ਮੌਕਾ ਐਸਾ ਹੈ ਕਿ ਜਿਹੜਾ ਆਪ ਪਾਰਟੀ ਦੀ ਸਰਕਾਰ ਦੀ ਕਮਿਟਮੈਂਟ ਹੈ ਕਿ ਹੈਲਥ, ਵਿਦਿਆ ਔਰ ਸਿਹਤ ਜਿਹੜੀਆਂ ਇਹਨਾਂ ਦੀਆਂ ਪ੍ਰਾਥਮਿਕਤਾ ਨੇ, ਉਹਨੂੰ ਪੂਰਾ ਕਰਨ ਦਾ ਮੌਕਾ ਹੈ। ਇਹਨਾਂ ਨੂੰ ਪੂਰੀ ਤਰ੍ਹਾਂ ਨਿਭਾਉਣਾ ਚਾਹੀਦਾ ਹੈ। ਇਹਦੀ ਜਿਹੜੀ ਜ਼ਿੰਮੇਵਾਰੀ ਆ ਕਿਸੇ ਹੋਰ ਤੇ ਸੁੱਟਣ ਦੀ ਜ਼ਰੂਰਤ ਨਹੀਂ ਹੈ। ਵੈਸੇ ਸਵਾਲ ਇੱਕ ਹੋਰ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਪੰਜਾਬ ਦੇ ਕੋਲ ਪੈਸਾ ਨਹੀਂ ਹੈ, ਖਜ਼ਾਨਾ ਖਾਲੀ ਦਾ ਨੈਰੇਟਿਵ ਆ, ਪਰ ਇਹਦਾ ਇੱਕ ਤੱਥ ਨਾਲ ਇਹ ਵੀ ਹੈਗਾ ਕਿ ਅਗਰ ਐਡਵਰਟੀਜ਼ਮੈਂਟ ਦੇਣ ਤੇ, ਅਖਬਾਰਾਂ ਦੇ ਪਹਿਲੇ ਪੰਨਿਆਂ ਦੇ ਉੱਤੇ ਇਹ ਐਡਵਰਟੀਜ਼ਮੈਂਟ ਆ ਸਰਕਾਰ ਦੀ ਪਬਲਿਸਿਟੀ ਕਰਨ ਦਾ, ਪਾਰਟੀ ਦੀ ਪਬਲਿਸਿਟੀ ਕਰਨ ਲਈ ਪੈਸਾ ਹੈਗਾ, ਤਾਂ ਫਿਰ ਵਿਦਿਅਕ ਅਦਾਰਿਆਂ ਦੇ ਲਈ ਕਿਉਂ ਨਹੀਂ ਹੈ? ਕੁਝ ਕਹਿਣਾ ਚਾਹੋਗੇ ਤਾਂ ਸਰ ਤੁਸੀਂ ਪਲੀਜ਼ ਕਹੋ। ਆਪਾਂ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਗੱਲ ਨੂੰ ਸਮਾਪਤ ਕਰਦੇ ਹਾਂ ਜੀ। ਮਨਵੀਰ, ਮੈਂ ਇਹਦੇ ਤੇ ਇੱਕ ਛੋਟਾ ਜਿਹਾ ਕਮੈਂਟ ਹੀ ਦੇਣਾ ਚਾਹਾਂਗਾ ਕਿ ਯੂਨੀਵਰਸਿਟੀ ਨੂੰ ਤਾਂ 300-400 ਕਰੋੜ ਰੁਪਈਆ ਹੀ ਚਾਹੀਦਾ ਹੈਗਾ, ਤੇ ਜਿਹੜਾ ਐਡਵਰਟੀਜ਼ਮੈਂਟ ਦਾ ਬਜਟ ਹੈ ਉਹ 750 ਕਰੋੜ ਦਾ ਹੈ। ਜੇ ਅੱਧਾ ਹੀ ਦੇ ਦਿੱਤਾ ਜਾਏ ਯੂਨੀਵਰਸਿਟੀ ਨੂੰ, ਤੇ ਯੂਨੀਵਰਸਿਟੀ ਦਾ ਸੰਕਟ ਦੂਰ ਹੋ ਜਾਏਗਾ। ਔਰ ਇਹਦੇ ਨਾਲ ਜਿਹੜੀ ਸੰਕਟ ਦੂਰ ਹੋਣ ਨਾਲ ਜਿਹੜੀ ਇਹਨਾਂ ਦੀ ਵਾਹਵਾ ਹੋਏਗੀ ਉਹ ਕਿਸੇ ਵੀ ਐਡਵਰਟੀਜ਼ਮੈਂਟ ਨੂੰ ਜ਼ਿਆਦਾ ਹੋਏਗੀ। ਫਿਰ ਛਾਤੀ ਠੋਕ ਕੇ ਕਹਿ ਸਕਣਗੇ ਕਿ ਦੇਖੋ ਅਸੀਂ ਪਿਛਲੇ 10-12 ਸਾਲਾਂ ਦਾ ਪੰਜਾਬੀ ਯੂਨੀਵਰਸਿਟੀ ਦਾ ਸੰਕਟ ਦੂਰ ਕਰਤਾ, ਅਸੀਂ ਆਪਣਾ ਵਾਅਦਾ ਨਿਭਾਤਾ ਕਿ ਵਿਦਿਆ ਜਿਹੜੀ ਹੈ ਸਾਡੀ ਪ੍ਰਾਥਮਿਕਤਾ ਹੈ। ਤੋ ਜਿਹੜਾ ਕੰਮ ਬੋਲਦਾ ਵਾਲੀ ਗੱਲ ਹੈ ਨਾ, ਉਹ ਅਖਬਾਰਾਂ 'ਚ ਦੇਣ ਦੀ ਬਜਾਏ ਉਹ ਲੋਕ ਬੋਲਣਗੇ, ਉਹ ਵਿਦਿਆਰਥੀ ਬੋਲਣਗੇ, ਅਧਿਆਪਕ ਬੋਲਣਗੇ, ਕਰਮਚਾਰੀ ਬੋਲਣਗੇ, ਜਿਨ੍ਹਾਂ ਦੇ ਅੱਜ ਚੁੱਲ੍ਹੇ ਨਹੀਂ ਜਲ ਰਹੇ, ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਉਹ ਬੋਲਣਗੇ ਦੇਖੋ ਇੱਕ ਐਸੀ ਗਵਰਨਮੈਂਟ ਆਈ ਹੈ ਜਿਹਨੇ ਸਾਡਾ ਸੰਕਟ ਦੂਰ ਕਰਤਾ ਹੈ, ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਮੈਂ ਸਮਝਦਾ ਕਿ ਜਿਹੜੀ ਪਰਫਾਰਮੈਂਸ ਹੈ ਸਰਕਾਰ ਦੀ, ਉਹ ਇਸ ਵੇਲੇ ਅੰਡਰ ਕੁਐਸਚਨ ਮਾਰਕ ਹੈ, ਤੇ ਪੰਜਾਬੀ ਯੂਨੀਵਰਸਿਟੀ ਇੱਕ ਟੈਸਟ ਕੇਸ ਹੈ। ਜੇ ਇਸ ਟੈਸਟ ਕੇਸ ਵਿੱਚ ਪਾਸ ਹੋ ਜਾਂਦੇ ਨੇ ਤੇ ਇਹਨਾਂ ਨੂੰ ਫਾਇਦਾ ਹੋਏਗਾ, ਜੇ ਫੇਲ ਹੁੰਦੇ ਨੇ ਤੇ ਇਹਦੇ ਨਾਲ ਇਹਨਾਂ ਦੀ ਬਦਨਾਮੀ ਹੋਏਗੀ। ਜੀ, ਪੰਜਾਬ ਦੇ ਵਿੱਚ ਜਿੱਦਾਂ ਦਾ ਬੁਨਿਆਦ ਪ੍ਰਸਤੀ ਵੱਲ ਨੂੰ ਝੁਕਾਵ ਹੈ, ਰਿਲੀਜੀਅਸ ਫੰਡਾਮੈਂਟਲਿਜ਼ਮ ਔਰ ਐਕਸਟ੍ਰੀਮਿਜ਼ਮ ਨਜ਼ਰ ਆ ਰਿਹਾ ਹੈ, ਇਹਦੇ ਵਿੱਚ ਤਾਂ ਸਰਕਾਰ ਨੂੰ ਹੋਰ ਜ਼ਿਆਦਾ ਸਿੰਸੀਅਰ ਹੋ ਕੇ, ਸੁਹਿਰਦਤਾ ਦੇ ਨਾਲ ਸਾਡੇ ਵਿਦਿਅਕ ਇੰਸਟੀਟਿਊਸ਼ਨਸ ਵੱਲ, ਸਾਡੇ ਅਦਾਰਿਆਂ ਵੱਲ ਧਿਆਨ ਦੇਣਾ ਚਾਹੀਦਾ। ਸਰ, ਤੁਸੀਂ ਆਪਣਾ ਸਮਾਂ ਕੱਢਿਆ, ਗੱਲ ਕੀਤੀ, ਇਹ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਮਨਵੀਰ।